कई ढंग लभदे ने ते जदों सुख होवे बंदा उस वेले अवेसला हो जाता है कि मैनू की लोड़ है, क्योंकि मेरे कोल तां सब कुछ हैगा। सो इस करके दुख जिहड़ा है, दुख कई जुगतियां लैके आउंदा है, कई तरीकिਆਂ ਨੂੰ जन्म दिंदा है। ਤੇ ਉਹਨਾਂ ਤਰੀਕਿਆਂ ਦੇ ਵਿੱਚੋਂ ਫਿਰ ਸਾਨੂੰ ਜਦੋਂ ਕਿਤੋਂ ਵੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਮਨ ਦੀ ਪਵਿੱਤਰਤਾ ਨਹੀਂ ਹੁੰਦੀ, ਜਾਂ ਮਨ ਸਾਡਾ ਭਟਕਣਾ ਦੇ ਵਿੱਚੋਂ ਨਹੀਂ ਨਿਕਲਦਾ, ਤੇ ਅਸੀਂ ਧਰਮ ਦਾ ਸਹਾਰਾ ਲੈਂਦੇ ਹਾਂ। ਧਰਮ ਤੋਂ ਭਾਵ ਭਗਵਾਨ, ਸਾਨੂੰ ਰੱਬ ਮਿਲ ਜਾਵੇ ਤਾਂ ਕਿ ਅਸੀਂ ਉਸ ਦੇ ਕੋਲ ਜਾ ਕੇ ਇਹਨਾਂ ਦੁੱਖਾਂ ਦਾ ਫਾਸ ਜਿਹੜੀ ਹੈ, ਦੁੱਖਾਂ ਦੀ ਜਿਹੜੀ ਫਾਹੀ ਹੈ, ਉਹਨੂੰ ਕਟਾ ਸਕੀਏ। ਸੋ ਇਸ ਕਰਕੇ ਸੁਭਾਵਿਕ ਗੱਲ ਹੈ ਕਿ ਅਸੀਂ ਧਾਰਮਿਕ ਬੰਦਿਆਂ ਦੇ ਕੋਲ, ਧਾਰਮਿਕ ਆਗੂਆਂ ਦੇ ਕੋਲ ਜਾਂ ਧਾਰਮਿਕ ਗ੍ਰੰਥਾਂ ਦੇ ਕੋਲ ਹੀ ਜਾਵਾਂਗੇ ਉਹਨਾਂ ਸਮਿਆਂ ਦੇ ਵਿੱਚ। ਫਿਰ ਇਵੇਂ ਹੁੰਦਾ ਹੈ ਕਿ ਜਿਹੜਾ ਹੁਣ ਉਹ ਧਾਰਮਿਕ ਆਗੂ ਹੈ, ਜੇ ਉਹ ਧਾਰਮਿਕ ਆਗੂ ਲਾਲਚੀ ਬਿਰਤੀ ਵਾਲਾ ਹੈ, ਵਿਕਾਰੀ ਬਿਰਤੀ ਵਾਲਾ ਹੈ, ਮਾੜੀ ਬਿਰਤੀ ਵਾਲਾ ਹੈ, ਜਾਂ ਕੇਵਲ ਪਖੰਡੀ ਹੈ, ਸੋ ਸਾਨੂੰ ਹਮੇਸ਼ਾ ਹੀ ਗਲਤ ਰਾਹ 'ਤੇ ਤੋਰੇਗਾ। ਕਿਉਂਕਿ ਜੇ ਇੱਕੋ ਗੱਲ ਕਹਿ ਦੇਗਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੋ, ਸਾਰੇ ਦੁੱਖ ਦੂਰ ਹੋ ਜਾਣਗੇ, ਤੇ ਇਹ ਸੁਭਾਵਿਕ ਗੱਲ ਹੈ ਵੀ ਜਿਹੜੇ ਲੋਕ ਉਹਨੂੰ ਸੁਣਨ ਵਾਲੇ ਹੋਣਗੇ ਉਹ ਇਹ ਗੱਲ ਕਹਿ ਦੇਣਗੇ ਵੀ ਇਹ ਤਾਂ ਸਾਨੂੰ ਸਾਰੇ ਕਹਿੰਦੇ, ਤੁਸੀਂ ਕੋਈ ਨਵੀਂ ਗੱਲ ਦੱਸੋ। ਵੀ ਬਾਣੀ ਪੜ੍ਹ ਲੈਣੀ ਹੈ ਤਾਂ ਸਾਨੂੰ ਜਿੱਥੇ ਵੀ ਗਏ ਹੋ ਸਾਨੂੰ ਇਹੀ ਗੱਲ ਕਹਿੰਦੇ ਵੀ ਤੁਸੀਂ ਬਾਣੀ ਪੜ੍ਹਿਆ ਕਰੋ, ਦੁੱਖ ਦੂਰ ਹੋ ਜਾਣਗੇ, ਪਰ ਸਾਨੂੰ ਕੋਈ ਨਵੀਂ ਗੱਲ ਦੱਸੋ। ਸੋ ਉਸ ਸਮੇਂ ਫਿਰ ਪਖੰਡ ਜਿਹੜਾ ਹੈ ਜਨਮ ਲੈਂਦਾ ਹੈ। ਉਹਨਾਂ ਸਮਿਆਂ ਦੇ ਵਿੱਚ ਉਹ ਸਮੇਂ ਦਾ ਜੇ ਪਖੰਡੀ ਬੰਦਾ ਹੈ, ਕੋਈ ਧਾਰਮਿਕ ਤੌਰ 'ਤੇ ਆਗੂ ਕੋਈ ਪਖੰਡੀ, ਤੇ ਸਾਨੂੰ ਗਲਤ ਉਜੜ ਰਾਹ ਹੀ ਪਾਏਗਾ। ਉਹ ਕਹੇਗਾ ਵੀ ਤੁਸੀਂ ਐਤਵਾਰ ਦੇ ਐਤਵਾਰ ਆਇਆ ਕਰੋ ਗੁਰੂ ਘਰ ਦੇ ਵਿੱਚ, ਤੁਸੀਂ ਸੁਖਣਾ ਸੁੱਖੋ, ਤੁਸੀਂ ਅਖੰਡ ਪਾਠ ਸੁੱਖੋ, ਤੁਸੀਂ ਸਹਿਜ ਪਾਠ ਸੁੱਖੋ, ਤੁਸੀਂ ਇੰਨੇ ਪਾਠ ਰਖਵਾਓ ਗੁਰਦੁਆਰੇ। ਸੋ ਅਸੀਂ ਕਹਾਂਗੇ ਵੀ ਹਾਂ ਇਹ ਕੰਮ ਸੌਖਾ ਹੈ, ਇੱਦਾਂ ਅਸੀਂ ਕਰ ਲਵਾਂਗੇ। ਪਰ ਜਿਹੜਾ ਸਾਨੂੰ ਸਿੱਧੇ ਤੌਰ 'ਤੇ ਕਹਦੇ ਵੀ ਗੁਰਬਾਣੀ ਦਾ ਘਰ ਦੇ ਵਿੱਚ ਪਾਠ ਕਰਿਆ ਕਰੋ, ਧਾਰਮਿਕ ਗ੍ਰੰਥ ਨੂੰ ਪੜ੍ਹਨਾ ਹੀ ਉਹਦਾ ਸਭ ਤੋਂ ਵੱਡਾ ਸਤਿਕਾਰ ਹੁੰਦਾ ਹੈ। ਧਾਰਮਿਕ ਗ੍ਰੰਥ ਨੂੰ ਪੜ੍ਹਨਾ ਹੀ ਸਭ ਤੋਂ ਵੱਡਾ ਸਤਿਕਾਰ ਹੈ ਉਹਦਾ। ਤੇ ਜੇ ਧਾਰਮਿਕ ਗ੍ਰੰਥ ਨੂੰ ਪੜ੍ਹਿਆ ਨਹੀਂ ਤੇ ਕੇਵਲ ਬਾਹਰੀ ਤੌਰ ਦੇ ਉੱਪਰ ਕਿਸੇ ਵੀ ਪ੍ਰਕਾਰ ਦੀ ਉਹਦੇ ਅੱਗੇ ਦਿਖਾਈ ਗਈ ਧੂਫ, ਉਹਦੇ ਅੱਗੇ ਚੜ੍ਹਾਏ ਗਏ ਫੁੱਲ, ਜਾਂ ਉਹਦੇ ਅੱਗੇ ਛਿੜਕਾ ਕੀਤੇ ਗਏ ਅਤਰ ਫਲੈਲਾ, ਚਾਹੇ ਕਿਸੇ ਵੀ ਪ੍ਰਕਾਰ ਦੇ, ਉਹ ਕੋਈ ਲਾਭਦਾਇਕ ਨਹੀਂ ਹੁੰਦੇ। ਉਹਦਾ ਕੋਈ ਉਸ ਥਾਂ ਨੂੰ ਅਸਰ ਨਹੀਂ ਹੈ, ਨਾ ਤਾਂ ਸਾਨੂੰ ਅਸਰ ਹੋਇਆ ਤੇ ਨਾ ਹੀ ਉੱਥੇ ਗੁਰੂ ਨੂੰ ਕੋਈ ਅਸਰ ਹੋਇਆ। ਜੇ ਅਸੀਂ ਆਪਣੇ ਸਰੀਰ ਜਾਂ ਆਪਣੇ ਮਨ ਦੇ ਉੱਪਰ ਸੱਚਮੁੱਚ ਹੀ ਕਿਸੇ ਤਰੀਕੇ ਦੀ ਗੁਰਬਾਣੀ ਦੀ ਛਾਪ ਛੱਡਣੀ ਚਾਹੁੰਦੇ ਹਾਂ, ਕਿ ਸਾਡੇ ਮਨ ਦੇ ਉੱਪਰ ਗੁਰਬਾਣੀ ਦਾ ਪ੍ਰਭਾਵ ਪਵੇ, ਗੁਰਬਾਣੀ ਦੇ ਸ਼ਬਦਾਂ ਦਾ ਅਸਰ ਹੋਵੇ, ਤਾਂ ਸਾਨੂੰ ਬਾਣੀ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨਾ ਪੈਣਾ ਹੈ, ਧਾਰਮਿਕ ਗ੍ਰੰਥ ਨੂੰ ਪੜ੍ਹਨਾ ਪੈਣਾ, ਫਰੁੱਲਣਾ ਪੈਣਾ ਹੈ। ਨਹੀਂ ਤਾਂ ਸਾਡੇ ਸਰੀਰ, ਸਾਡੇ ਮਨ ਦੇ ਉੱਪਰ, ਸਾਡੇ ਆਤਮਾ ਦੇ ਉੱਪਰ ਕਿਸੇ ਵੀ ਪ੍ਰਕਾਰ ਦਾ ਕੋਈ ਰੱਤੀ ਭਰ ਵੀ ਅਸਰ ਨਹੀਂ ਹੋਏਗਾ। ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਏਕ ਰੱਤੀ ਬਿਨ ਏਕ ਰੱਤੀ ਕੇ, ਇੱਕ ਅਕਾਲ ਪੁਰਖ ਪਰਮਾਤਮਾ ਦੇ ਨਾਲ ਮਨ ਰਤਣ ਤੋਂ ਬਿਨਾਂ, ਮਨ ਨੂੰ ਰੰਗਣ ਤੋਂ ਬਿਨਾਂ ਅਸੀਂ ਇੱਕ ਰੱਤੀ ਦੇ ਵੀ ਨਹੀਂ ਹੈਗੇ। ਏਕ ਰੱਤੀ ਬਿਨ ਏਕ ਰੱਤੀ ਕੇ, ਕਹਿੰਦੇ ਅਸੀਂ ਇੱਕ ਪਰਮਾਤਮਾ ਦੇ ਨਾਲ ਜੇ ਸਾਡਾ ਮਨ ਨਹੀਂ ਰਤਿਆ ਹੋਇਆ ਤਾਂ ਅਸੀਂ ਰੱਤੀ ਭਰ ਵੀ ਪਰਮਾਤਮਾ ਦੇ ਬਾਰੇ ਨਹੀਂ ਜਾਣ ਸਕਦੇ। ਇਸ ਕਰਕੇ ਭਾਈ ਗੁਰਦਾਸ ਜੀ ਗੱਲ ਕਹਿੰਦੇ ਨੇ ਵੀ ਕਲਯੁਗ ਦੇ ਵਿੱਚ ਵਿਧੀਆਂ ਬੜੀਆਂ ਹੋ ਗਈਆਂ। ਵਿਧੀਆਂ ਤੋਂ ਭਾਵ ਹੁੰਦਾ ਤਰੀਕੇ। ਕੋਈ ਕਿਵੇਂ ਤਰੀਕੇ ਦੇ ਨਾਲ, ਜਿਵੇਂ ਮਹਾਰਾਜ ਜੀ ਕਹਿੰਦੇ ਆ ਨਾ, ਕਹਿੰਦੇ ਤਰੀਕੇ ਬਹੁਤ ਹੈ, ਬੜੇ ਜ਼ਿਆਦਾ ਤਰੀਕੇ ਨੇ, ਅਨੇਕਾਂ ਪ੍ਰਕਾਰ ਦੇ ਤਰੀਕੇ ਨੇ, ਜਪ ਤਪ ਸੰਜਮ, ਹੋਰ ਕਈ ਹੱਠ, ਕਈ ਜੋਗੀ, ਕਈ ਸਵਾਹ ਮੰਨ ਲੈਂਦੇ ਨੇ ਪਿੰਡੇ, ਤੇ ਕਈ ਕੁਛ ਕਰਮ ਨੇ। ਸੋ ਭਾਈ ਗੁਰਦਾਸ ਜੀ ਕਹਿੰਦੇ ਨੇ ਬਹੁ ਵਿਧ ਕਲਯੁਗ ਬਹੁ ਵਿਧ ਅਵਤਾਰ ਹੈ। ਕਹਿੰਦੇ ਨੇ ਹੁਣ ਕਲਯੁਗ ਦੇ ਵਿੱਚ ਅਵਤਾਰ ਬਹੁਤ ਵਿਧੀਆਂ ਦੇ ਨੇ, ਬੜੇ ਤਰੀਕਿਆਂ ਦੇ ਨਾਲ ਹੈ, ਤੇ ਆਪੋ ਆਪਣੀ ਵਿਧ ਦੇ ਨਾਲ ਬੰਦੇ ਕਰਮ ਕਰੀ ਜਾਂਦੇ ਨੇ।
ਆਪੋ ਆਪਣੀ ਵਿਧ ਦੇ ਨਾਲ ਕਰਮ ਕਰੀ ਜਾਂਦੇ ਹਨ। ਤੇ ਕਹਿੰਦੇ ਨੇ ਕੋਈ ਨਾ ਕਿਸੇ ਵਰਜਈ, ਕੋਈ ਕਿਸੇ ਨੂੰ ਵਰਜਦਾ ਨਹੀਂ ਹੈਗਾ, ਰੋਕਦਾ ਨਹੀਂ ਹੈਗਾ। ਸੋਈ ਕਰੇ ਜੋਈ ਮਨ ਭਾਵੇ। ਹਰ ਇੱਕ ਇਨਸਾਨ ਉਹੀ ਕਰਦਾ ਜੋ ਉਹਦੇ ਮਨ ਨੂੰ ਚੰਗਾ ਲੱਗਦਾ ਹੈ। ਇਵੇਂ ਹੁੰਦਾ ਹੈ ਨਾ, ਅੱਜ ਬਹੁਤਾਂਤ ਦੇ ਵਿੱਚ ਕੋਈ ਵਿਰਲਾ ਹੀ ਮਨੁੱਖ ਹੋਵੇਗਾ ਜਿਹੜਾ ਕਹਿੰਦਾ ਮੈਂ ਧਾਰਮਿਕ ਗ੍ਰੰਥ ਅਨੁਸਾਰ ਚੱਲਣਾ, ਨਹੀਂ ਤਾਂ ਸਾਰੇ ਕਹਿੰਦੇ ਨੇ ਮੇਰੀ ਸ਼ਰਧਾ ਹੈ, ਮੇਰੀ ਸ਼ਰਧਾ ਹੈ ਕਿ ਮੈਂ ਇੱਦਾਂ ਕਰਾਂ, ਮੇਰੀ ਭਾਵਨਾ ਹੈ ਕਿ ਮੈਂ ਇਸ ਤਰ੍ਹਾਂ ਦਾ ਕੰਮ ਕਰਾਂ, ਮੇਰੀ ਭਾਵਨਾ ਮੈਂ ਇੱਦਾਂ ਦਾ ਉਦਮ ਕਰਾਂ। ਸੋ ਸਾਡੀ ਭਾਵਨਾ ਜਿਹੜੀ ਹੈ, ਸਾਡੀ ਸ਼ਰਧਾ ਜਿਹੜੀ ਹੈ, ਉਹ ਨਹੀਂ ਚੱਲਣੀ। ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖੇ ਹੋਏ ਸ਼ਬਦਾਂ ਦੇ ਆਸਰੇ 'ਤੇ ਅਸੀਂ ਚੱਲ ਸਕਦੇ ਹਾਂ। ਸਾਡੇ ਆਪਣੀ ਮਨਮਰਜ਼ੀ ਦੇ ਨਾਲ ਅਸੀਂ ਕਿਸੇ ਵੀ ਪ੍ਰਕਾਰ ਦੇ ਨਾਲ ਕੋਈ ਕਰਮ ਨਹੀਂ ਕਰ ਸਕਦੇ। ਜੇ ਕਰਾਂਗੇ ਤਾਂ ਸਾਨੂੰ ਉਹਦੇ ਵਿੱਚੋਂ ਹਾਰ ਹੀ ਪ੍ਰਾਪਤ ਹੋਏਗੀ, ਹਾਰ ਹੀ ਪ੍ਰਾਪਤ ਹੋਏਗੀ। ਕਿਉਂਕਿ ਗੁਰਬਾਣੀ ਨੇ ਇੱਕ ਗੱਲ ਸਪਸ਼ਟ ਕੀਤੀ ਹੈ, ਹੋਰ ਕੁਛ ਨਹੀਂ ਹੋ ਸਕਦਾ, ਆਇਓ ਸੁਣਨ ਪੜ੍ਹਨ ਕੋ ਬਾਣੀ। ਹੋਰ ਕੋਈ ਹੱਲ ਹੀ ਨਹੀਂ ਹੈਗਾ। ਸੰਸਾਰ ਦੇ ਵਿੱਚ ਆਇਆ ਸੁਣਨ, ਬਾਣੀ ਨੂੰ ਸੁਣਨ ਵਾਸਤੇ, ਪੜ੍ਹਨ ਵਾਸਤੇ। ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ। ਰੱਬ ਦੇ ਨਾਮ ਨੂੰ ਵਿਸਾਰ ਕੇ ਹੋਰ ਲਾਲਚਾਂ ਦੇ ਵਿੱਚ ਲੱਗਾ ਹੋਇਆ ਮਨੁੱਖ ਬਿਰਥਾ ਜਨਮ ਪ੍ਰਾਣੀ। ਮਨੁੱਖ ਦਾ ਜਨਮ ਵਿਅਰਥ ਚਲਾ ਗਿਆ, ਐਵੇਂ ਚਲਾ ਗਿਆ। ਸੋ ਇਸ ਕਰਕੇ ਸਭ ਤੋਂ ਵੱਡਾ ਕਰਮ ਇਹੀ ਹੈ, ਬਾਣੀ ਨੂੰ ਪੜ੍ਹ ਲੈਣਾ, ਧਾਰਮਿਕ ਗ੍ਰੰਥ ਨੂੰ ਪੜ੍ਹ ਲੈਣਾ, ਵਿਚਾਰ ਲੈਣਾ। ਤੇ ਜੇ ਧਾਰਮਿਕ ਗ੍ਰੰਥਾਂ ਦੀ ਵਿਚਾਰ ਨਹੀਂ ਕੀਤੀ, ਉਹਨਾਂ ਨੂੰ ਸੋਧਿਆ ਨਹੀਂ ਗਿਆ, ਪੜ੍ਹਿਆ ਨਹੀਂ ਗਿਆ, ਤੇ ਹੋਰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਕਰਮ ਸਾਡੀ ਮੁਕਤੀ ਨਹੀਂ ਕਰਾ ਸਕਦਾ, ਸਾਡੇ ਅੰਦਰ ਦੇ ਭਰਮ ਨੂੰ ਨਹੀਂ ਕੱਢ ਸਕਦਾ। ਤੇ ਅਗਲੇ ਅਰਦਾਸ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਕੋਈ ਨਾ ਕਿਸੇ ਵਰਜਈ, ਕਿਸੇ ਨੂੰ ਕੋਈ ਵਰਜਦਾ ਨਹੀਂ ਸੀਗਾ, ਕਿਉਂਕਿ ਲੋਕੀ ਕਹਿੰਦੇ ਸੀ ਵੀ ਸਾਡੀ ਸ਼ਰਧਾ ਹੈ। ਤੇ ਜਦੋਂ ਸ਼ਰਧਾ ਨੂੰ ਲੋਕੀ ਕਹਿੰਦੇ ਸੀ ਵੀ ਇੱਦਾਂ ਨਹੀਂ ਹੋ ਸਕਦਾ, ਇਹ ਕਰਮ ਨਹੀਂ ਕਰੀਦੇ ਹੁੰਦੇ, ਪਖੰਡ ਹੈ, ਤੇ ਲੋਕੀ ਬਹੁਤਾਂਤ ਦੇ ਵਿੱਚ ਲੋਕੀ ਰੋਣ ਲੱਗ ਪੈਂਦੇ ਨੇ, ਜਾਂ ਬਹੁਤੇ ਲੋਕ ਆਪਣੇ ਆਪ ਨੂੰ ਧਾਰਮਿਕ ਸਥਾਨਾਂ ਤੋਂ ਜਾਣੋਂ ਰੋਕ ਲੈਂਦੇ ਨੇ ਕਿ ਮੈਨੂੰ ਟੋਕ ਦਿੱਤਾ ਗਿਆ, ਮੈਨੂੰ ਉੱਥੇ ਉਹਨਾਂ ਨੇ ਮੇਰੀ ਬੇਇੱਜ਼ਤੀ ਕੀਤੀ ਹੈ ਜਾਂ ਇਨਸਲਟ ਕੀਤੀ ਹੈ, ਇਸ ਕਰਕੇ ਮੈਂ ਹੁਣ ਜਾਂਦਾ ਹੀ ਨਹੀਂ ਆ। ਸੋ ਕਿਸੇ ਵੀ ਪ੍ਰਕਾਰ ਦੇ ਨਾਲ ਸਾਨੂੰ ਇਹ ਗੱਲ ਜਾਣ ਲੈਣੀ ਚਾਹੀਦੀ ਵੀ ਜਿੰਨੇ ਵੀ ਸਾਨੂੰ ਰੋਕਿਆ, ਜਿੰਨੇ ਵੀ ਸਾਨੂੰ ਕਿਸੇ ਵੀ ਪ੍ਰਕਾਰ ਦੇ ਨਾਲ, ਸਾਨੂੰ ਕਿਸੇ ਵੀ ਢੰਗ ਦੇ ਨਾਲ ਉੱਥੋਂ ਰੋਕਿਆ ਗਿਆ, ਹੋ ਸਕਦਾ ਮੈਂ ਹੀ ਗਲਤ ਹੋਵਾਂ, ਮੇਰੇ ਅੰਦਰ ਕੋਈ ਗਲਤੀ ਹੋਵੇ। ਕਿਉਂਕਿ ਗੁਰਬਾਣੀ ਕਹਿੰਦੀ ਹੈ ਕਿ ਆਪ ਪਛਾਣੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਕਹਿੰਦੇ ਆਪਣੇ ਆਪ ਨੂੰ ਪਛਾਣੇਗਾ, ਆਪਣੇ ਅੰਦਰ ਝਾਤ ਮਾਰੇਗਾ ਤੇ ਤੈਨੂੰ ਅਨੇਕਾਂ ਅੰਦਰ ਦੀਆਂ ਗਲਤੀਆਂ ਦਿਸਣਗੀਆਂ, ਆਪਣੇ ਅੰਦਰ ਤੈਨੂੰ ਅਨੇਕਾਂ ਹੀ ਗਲਤੀਆਂ ਦਿਸਣਗੀਆਂ, ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਹਮ ਅਵਗਣ ਭਰੇ ਏਕ ਗੁਣ ਨਾਹੀ। ਫਿਰ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗਣ ਹਮਾਰੇ। ਕਿੰਨੇ ਅਵਗਣ ਨੇ? ਜਿੰਨਾ ਸਮੁੰਦਰ ਦੇ ਵਿੱਚ ਪਾਣੀ ਹੁੰਦਾ ਹੈ, ਇਹਨੇ ਸਾਡੇ ਅੰਦਰ ਅਵਗਣ ਨੇ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਮਹਾਰਾਜ ਦੇ ਅੱਗੇ ਅਰਦਾਸ ਕਰੋ, ਮਹਾਰਾਜ ਜੀ ਤੁਸੀਂ ਤਾਂ ਡੁੱਬਦੇ ਪੱਥਰਾਂ ਨੂੰ ਵੀ ਤਾਰ ਦਿੰਦੇ ਹੋ, ਫਿਰ ਸਾਡੇ ਵਰਗੀ ਜੀਵਤਾ ਕਿਹੜੀ ਗੱਲ ਹੈ ਤੁਹਾਡੇ ਅੱਗੇ? ਸਾਡੇ ਵਰਗੇ ਜੀਵਾਂ ਨੂੰ ਤਾਰਨਾ ਤੁਹਾਡੇ ਲਈ ਕੋਈ ਵੱਡੀ ਗੱਲ ਨਹੀਂ ਹੈਗੀ। ਇਸ ਕਰਕੇ ਸਭ ਤੋਂ ਪਹਿਲਾਂ ਗੱਲ ਇਹ ਹੈ ਕਿ ਆਪਣੇ ਗਿਰਵਾਨ ਮੈਂ ਆਪਣੇ ਅੰਦਰ ਝਾਤੀ ਮਾਰ ਕੇ ਵੇਖਣੀ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿਸੇ ਨੂੰ ਕੋਈ ਵਰਜਦਾ ਨਹੀਂ ਸੀਗਾ, ਜਿਹਦਾ ਜੀ ਕਰਦਾ ਸੀ ਉਹ ਉਸੇ ਨੂੰ ਪੂਜਾ ਕਰੀ ਜਾਂਦਾ ਸੀ। ਕੋਈ ਇੱਟਾਂ ਪੂਜੀ ਜਾਂਦਾ ਹੈ, ਕੋਈ ਝੰਡਿਆਂ ਨੂੰ ਪੂਜੀ ਜਾਂਦਾ ਹੈ, ਕੋਈ ਕਿਸੇ ਤਰੀਕੇ ਦੇ ਨਾਲ ਪੱਥਰ ਦੇ ਅੱਗੇ ਮੱਥਾ ਰਗੜੀ ਜਾਂਦਾ ਹੈ, ਕੋਈ ਰੁੱਖਾਂ ਦੀ ਪੂਜਾ ਕਰੀ ਜਾਂਦਾ ਹੈ, ਤੇ ਕੋਈ ਪਸ਼ੂਆਂ ਦੀ ਪੂਜਾ ਕਰੀ ਜਾਂਦਾ ਹੈ। ਪਸ਼ੂ ਪੂਜਨੇ ਨਹੀਂ, ਪਰ ਸੰਭਾਲ ਤਾਂ ਸਾਨੂੰ ਸਾਰੀ ਸ੍ਰਿਸ਼ਟੀ ਦੀ ਕਰਨੀ ਹੈ ਨਾ। ਜਿਵੇਂ ਅੱਜ ਦੇ ਸਮੇਂ ਦੇ ਵਿੱਚ ਵੇਖ ਲਓ, ਰੁੱਖ ਦੀ ਪੂਜਾ ਕਰਨੀ ਕੀ ਹੈ? ਰੁੱਖ ਦੀ ਹਿਫਾਜ਼ਤ ਕਰਨੀ, ਰੁੱਖ ਨੂੰ ਸੰਭਾਲਣਾ, ਪੌਦੇ ਨੂੰ ਪਾਣੀ ਦੇਣਾ, ਉਹਦੀ ਸੰਭਾਲ ਕਰਨੀ, ਇਹੀ ਸਭ ਤੋਂ ਵੱਡੀ ਉਹਦੀ ਪੂਜਾ ਹੈ। ਕਿਸੇ ਵੀ ਪ੍ਰਕਾਰ ਦੇ ਨਾਲ ਤੁਸੀਂ ਵੇਖੋ ਕਈ ਥਾਵਾਂ ਤੇ ਇਹੋ ਜਿਹਾ ਹੁੰਦਾ ਹੈ ਕਿ ਲੋਕਾਂ ਨੇ ਰੁੱਖ ਦੀਆਂ ਜੜ੍ਹਾਂ ਦੇ ਵਿੱਚ ਤੇਲ ਪਾ ਕੇ ਜਾਂ ਪਾਣੀ ਪਾ ਕੇ ਜਾਂ ਕਿਸੇ ਹੋਰ ਪ੍ਰਕਾਰ ਦਾ ਮਿੱਠਾ ਰੱਖ ਕੇ ਨਾ, ਤੇ ਉਸ ਰੁੱਖ ਦੀਆਂ ਜੜ੍ਹਾਂ ਦੇ ਵਿੱਚ ਕੀੜੇ ਪੈਣ ਦੇ ਨਾਲ ਉਹ ਰੁੱਖ ਨੂੰ ਸੁਕਾ ਦਿੱਤਾ ਜਾਂਦਾ ਹੈ।
ਤਾਂ ਉਹਦੀ ਪੂਜਾ ਥੋੜੀ ਹੈ, ਫਿਰ ਉਹ ਤਾਂ ਉਹਦੀਆਂ ਜੜ੍ਹਾਂ 'ਚ ਅਸੀਂ ਬਹਿ ਗਏ ਨਾ। ਫਿਰ ਇਵੇਂ ਕਰਕੇ ਦਰਖਤ ਦੀ ਪੂਜਾ, ਤੇ ਕੁਝ ਲੋਕ ਫਿਰ ਜਾਨਵਰਾਂ ਦੀ ਪੂਜਾ ਕਰੀ ਜਾਂਦੇ ਨੇ, ਪਸ਼ੂਆਂ ਦੀ ਪੂਜਾ ਕਰੀ ਜਾਂਦੇ ਨੇ। ਇੱਥੋਂ ਤੱਕ ਕਿ ਲੋਕੀ ਤਾਂ ਕੁੱਤਿਆਂ ਨੂੰ ਵੀ ਚਾਹ ਪਿਆ ਦਿੰਦੇ ਨੇ ਜਿਹਦੇ ਤੋਂ ਉਹਨੂੰ ਖੁਰਕ ਪੈਦਾ ਹੋ ਜਾਂਦੀ ਹੈ। ਹੁਣ ਉਹਦੀ ਸੇਵਾ ਥੋੜ੍ਹਾ ਹੋਈ, ਉਹਨੂੰ ਤਾਂ ਬਿਮਾਰ ਕਰ ਦਿੱਤਾ ਸੀ। ਉਹਨੂੰ ਪਿਆ ਕੇ ਚਾਹ ਤੋਂ ਉਹਨੂੰ ਪੈ ਗਈ ਖੁਰਕ, ਉਹਨੂੰ ਖੁਰਕ ਦਾ ਮਾਰਿਆ, ਹੁਣ ਘਰ ਘਰ ਬਿਮਾਰੀਆਂ ਵੰਡਦਾ, ਬਾਕੀਆਂ ਨੂੰ ਵੀ ਬਿਮਾਰੀਆਂ ਦਿੰਦਾ। ਉੱਥੇ ਉਹਦੀ ਕੋਈ ਹਿਫਾਜ਼ਤ ਨਹੀਂ ਕੀਤੀ, ਸਗੋਂ ਗੁਨਾਹ ਕੀਤਾ ਬਹੁਤ ਵੱਡਾ ਸੀ। ਇਸੇ ਕਰਕੇ ਜੇ ਸਭ ਤੋਂ ਵੱਡੀ ਪੂਜਾ ਇਹੀ ਹੈ ਕਿ ਉਸ ਪਸ਼ੂ ਦੀ ਵੀ ਸੰਭਾਲ ਕੀਤੀ ਜਾਂਦੀ, ਹੋਰ ਕਿਹੜੀ ਪੂਜਾ ਹੈ। ਇਵੇਂ ਕਰਕੇ ਕੁਝ ਲੋਕ ਭਾਈ ਗੁਰਦਾਸ ਜੀ ਅਨੁਸਾਰ ਕਹਿੰਦੇ ਨੇ, ਇਵੇਂ ਕਰਕੇ ਕੁਝ ਲੋਕ ਕੇਵਲ ਪਖੰਡ ਕਰਦੇ ਸੀਗੇ। ਕਿਸੇ ਪੁਜਾਈ ਸਿਲਾ ਸੁਣ, ਕੋਈ ਗਰੀ ਮੜੀ ਪੁਜਾਵੇ। ਕਹਿੰਦੇ ਨੇ ਕਿਸੇ ਨੇ ਮੜੀਆਂ ਨੂੰ ਪੂਜਾ ਆਰੰਭ ਕਰ ਦਿੱਤੀ, ਮੜੀਆਂ ਨੂੰ ਪੂਜਣਾ, ਜਿੱਥੇ ਮੁਰਦੇ ਫੂਕੇ ਜਾਂਦੇ ਨੇ ਉਹਨਾਂ ਨੂੰ ਪੂਜਣਾ ਆਰੰਭ ਕਰ ਦਿੱਤਾ, ਮੜੀਆਂ ਨੂੰ ਪੂਜਣਾ ਆਰੰਭ ਕਰ ਦਿੱਤਾ। ਤੇ ਕਿਸੇ ਨੇ ਸਿੱਲ ਨੂੰ, ਪੱਥਰ ਨੂੰ ਪੂਜਣਾ ਆਰੰਭ ਕਰ ਦਿੱਤਾ। ਕੁਛ ਵੀ ਨਹੀਂ ਲਾਭ ਮਿਲਿਆ ਉਹਨਾਂ ਦੇ ਵਿੱਚੋਂ। ਕਿਸੇ ਨੇ ਮੜੀਆਂ ਨੂੰ, ਸਮਾਧ ਨੂੰ ਪੂਜਣਾ, ਜਿੱਥੇ ਵਿੱਚ ਕੁਛ ਵੀ ਨਹੀਂ। ਸਮਾਧ ਕਹਿੰਦੇ ਨੇ ਜਿੱਥੇ ਕਿਸੇ ਦੀ ਕੋਈ ਸਮਾਧ ਬਣੀ ਹੋਵੇ, ਮੜੀ ਬਣੀ ਹੋਵੇ, ਉਹਨੂੰ ਪੂਜਾ ਕਰੀ ਜਾਣਾ। ਉਹਦੇ ਵਿੱਚੋਂ ਕੀ ਨਿਕਲੇਗਾ? ਕੁਛ ਵੀ ਨਹੀਂ ਨਿਕਲਣਾ। ਉਹਦੇ ਵਿੱਚੋਂ ਕਿਸੇ ਪ੍ਰਕਾਰ ਦਾ ਕੋਈ ਵੀ ਪ੍ਰਗਟ ਨਹੀਂ ਹੋ ਸਕਦਾ। ਕਹਿੰਦੇ ਤੰਤਰ ਮੰਤਰ ਪਖੰਡ ਕਰ। ਲੋਕਾਂ ਨੇ ਤੰਤਰ ਮੰਤਰ ਤੇ ਪਖੰਡ ਕਰ ਕਰਕੇ ਨਾ, ਤੇ ਬੜੀਆਂ ਵਿਧੀਆਂ ਦੇ ਨਾਲ ਅਹੰਕਾਰ ਨੂੰ ਵਧਾ ਲਿਆ ਆਪਣੇ ਅੰਦਰ, ਆਪਣੇ ਅੰਦਰ ਨੂੰ ਅਹੰਕਾਰ ਪੈਦਾ ਕੀਤਾ। ਕਹਿੰਦੇ ਨੇ ਬਹੁ ਅਹੰਕਾਰ, ਵਧੇ ਅਹੰਕਾਰ ਦੇ ਵਿੱਚ ਲੋਕ ਪੈ ਗਏ। ਤੰਤਰ ਮੰਤਰ ਪਖੰਡ ਕਰ। ਉਹ ਤੰਤਰ ਮੰਤਰ ਪਖੰਡ ਕੀ ਹੈ ਜੀ? ਉਹ ਕਹਿੰਦੇ ਜੀ ਜਵਾਕ ਰਾਤ ਨੂੰ ਸੌਂਦਾ ਨਹੀਂ, ਕਹਿੰਦੇ ਨਜ਼ਰ ਲੱਗ ਗਈ ਹੈ। ਕਹਿੰਦੇ ਸਾਡੇ ਬੱਚੇ ਨੂੰ ਨਜ਼ਰ ਲੱਗ ਗਈ, ਚੰਗੀ ਤਰ੍ਹਾਂ ਪੜ੍ਹਦਾ ਨਹੀਂ ਹੈਗਾ। ਉਹਨੂੰ ਪੁੱਛ ਲਓ ਕਿਤੇ ਹੋਰ ਕਾਰਜਾਂ ਦੇ ਵਿੱਚ ਨਾ ਰੁੱਝਿਆ ਹੋਵੇ, ਜ਼ਰੂਰੀ ਨਹੀਂ ਨਜ਼ਰ ਨਹੀਂ ਲੱਗ ਗਈ ਹੋਵੇ। ਫਿਰ ਕਹਿੰਦੇ ਨੇ ਵੀ ਉਹਦੇ ਵਾਸਤੇ, ਨਜ਼ਰ ਕਢਾਉਣ ਵਾਸਤੇ ਲੋਕੀ ਕੀ ਕਰਦੇ ਨੇ। ਇੱਥੋਂ ਤੱਕ ਕਿ ਤੁਸੀਂ ਕਿਤੇ ਵੇਖੋ, ਕਈ ਧਾਰਮਿਕ ਅਸਥਾਨਾਂ ਦੇ ਗੁਰਦੁਆਰਿਆਂ ਦੇ ਵਿੱਚ ਜਦੋਂ ਸ਼ਨੀਵਾਰ ਹੁੰਦਾ ਨਾ, ਲੋਕ ਉਦਣ ਭੁੱਜੇ ਹੋਏ ਛੋਲੇ ਚਣੇ ਬਣਾ ਕੇ ਨਾ ਘਰੇ ਵਿੱਚ ਧਨੀਆ ਪੁਦੀਨਾ ਹੋਰ ਕਈ ਕੁਛ ਪਾ ਕੇ ਬੜਾ ਸਵਾਦਲਾ ਲੈ ਕੇ ਆਉਣਗੇ। ਉਹ ਕਿਸ ਵਾਸਤੇ ਹੁੰਦਾ ਹੈ? ਉਹ ਸ਼ਨੀ ਨੂੰ ਟਾਲਣ ਵਾਸਤੇ ਹੁੰਦਾ, ਵੀ ਸਾਡੇ ਸਿਰ ਤੋਂ ਸ਼ਨੀ ਗ੍ਰਹਿ ਟਲ ਜੇ। ਕਿਉਂਕਿ ਉਹ ਸ਼ਨੀ ਨੂੰ ਪਸੰਦ ਬਹੁਤ ਆ, ਉਹ ਜਿਹੜੇ ਚਣੇ ਨੇ ਉਹ ਸ਼ਨੀ ਨੂੰ ਬਹੁਤ ਪਸੰਦ ਹੈ। ਤੇ ਗੁਰਦੁਆਰਿਆਂ ਦੇ ਵਿੱਚ ਕਈ ਗੁਰਦੁਆਰਿਆਂ ਦੇ ਵਿੱਚ ਉਹਨੂੰ ਕੜਾਹ ਪ੍ਰਸ਼ਾਦ ਦੇ ਵਿੱਚ ਮਿਲਾ ਕੇ ਲੋਕੀ ਖਾਂਦੇ ਨੇ, ਵੀ ਇੱਦਾਂ ਹੋ ਜਾਏਗਾ। ਅੱਛਾ, ਵੰਡਣ ਲੱਗਿਆ ਨੇ ਜਿੰਨੇ ਵੀ ਉਹ ਛੋਲੇ ਵੰਡੇ ਨੇ, ਉਹਨੇ ਇੱਕ ਵਾਰੀ ਨਹੀਂ ਸੋਚਿਆ ਵੀ ਮੈਂ ਆਪਣੇ ਬੱਚੇ ਦੇ ਸਿਰ ਦੇ ਉੱਪਰ ਸ਼ਨੀ ਉਤਾਰ ਕੇ, ਭਾਵੇਂ ਕਿ ਇੱਦਾਂ ਨਹੀਂ ਹੁੰਦਾ, ਆਪਣੇ ਵੱਲੋਂ ਤਾਂ ਕਰਨ ਤਾਂ ਉਹ ਸੇਵਾ ਆਇਆ ਸੀਗਾ ਵੀ ਮੈਂ ਸੰਗਤ ਦੇ ਵਿੱਚ ਜਾ ਕੇ ਵੰਡਾਂਗਾ। ਪਰ ਅੰਦਰ ਭਾਵਨਾ ਕੀ ਹੈ? ਅੰਦਰ ਭਾਵਨਾ ਇਹ ਹੈ ਵੀ ਸਾਡੇ ਬੱਚੇ ਦੇ ਸਿਰ ਤੋਂ ਟਲ ਜਾਏ, ਤੇ ਜਿੰਨੇ ਜਿੰਨੇ ਉਹਦੇ ਪ੍ਰਸ਼ਾਦ ਨੂੰ ਖਾਧਾ ਉਹਦੇ ਸਿਰ ਤੇ ਚੜ ਜਾਏ। ਇਹਦੇ ਵਿੱਚ ਕੀ ਸਫਲਤਾ ਲਈ ਤੁਸੀਂ? ਸਰਬੱਤ ਦਾ ਭਲਾ ਇਹਦੇ ਵਿੱਚ ਕੀ ਹੈਗਾ? ਕੁਛ ਵੀ ਨਹੀਂ ਸਰਬੱਤ ਦਾ ਭਲਾ ਹੈਗਾ। ਇਹਦੇ ਵਿੱਚ ਬੁਰਾ ਕੀਤਾ ਤੁਸੀਂ। ਆਪਣੇ ਇੱਕ ਬੱਚੇ ਦੇ ਲਈ ਲੱਖਾਂ ਬੱਚਿਆਂ ਦੀ ਜ਼ਿੰਦਗੀ ਨੂੰ ਤੁਸੀਂ ਸ਼ਨੀ ਦੇ ਰਾਹ ਦੇ ਉੱਤੇ ਪਾ ਦਿੱਤਾ। ਲੋਕਾਂ ਨੇ ਤਾਂ ਪ੍ਰਸ਼ਾਦ ਸਮਝ ਕੇ ਖਾ ਲਿਆ ਨਾ, ਪਰ ਜਿੰਨੇ ਵੀ ਲੈ ਕੇ ਆਂਦਾ ਉਹਨੇ ਕਿਸ ਭਾਵਨਾ ਤੋਂ ਲੈ ਕੇ ਆਂਦਾ ਵੀ ਸ਼ਨੀ ਦਾ ਪ੍ਰਸ਼ਾਦ, ਕਿਉਂਕਿ ਉਹਨਾਂ ਨੂੰ ਕਿਸੇ ਨੇ ਦੱਸਿਆ ਹੋਣਾ ਵੀ ਕਿਸੇ ਧਾਰਮਿਕ ਸਥਾਨ ਤੇ ਜਾਓ, ਤੁਸੀਂ ਛੋਲਿਆਂ ਦਾ ਪ੍ਰਸ਼ਾਦ ਵਰਤਾਓਗੇ, ਤੁਹਾਡੇ ਜਿਹੜਾ ਸ਼ਨੀ ਗ੍ਰਹਿ ਚੰਬੜਿਆ ਤੁਹਾਨੂੰ ਉਹ ਗ੍ਰਹਿ ਟਲ ਜਾਏਗਾ। ਟਲਣ ਤੋਂ ਭਾਵ ਕੀ ਹੁੰਦਾ ਹੈ ਵੀ ਜਿਹਨੂੰ ਉਹ ਸਾਰਿਆਂ ਦੇ ਵਿੱਚ ਪ੍ਰਸ਼ਾਦ ਵੰਡਿਆ ਜਾਏਗਾ, ਉਹ ਸ਼ਨੀ ਜਿਹੜਾ ਵੰਡਿਆ ਜਾਏਗਾ ਤੇ ਤੁਹਾਡੇ ਤੋਂ ਟਲ ਜਾਏਗਾ। ਸੋ ਉਸ ਸਮੇਂ ਅਸੀਂ ਰੱਬ ਉਸ ਨੂੰ ਮਨਾ ਰਹੇ ਹੁੰਦੇ ਹਾਂ ਜਿਹੜਾ ਸਾਰੀ ਸ੍ਰਿਸ਼ਟੀ ਦਾ ਭਲਾ ਲੋਚਣ ਵਾਲਾ ਹੈ, ਤੇ ਉਹਨੂੰ ਇਹੋ ਜਿਹੀ ਹਰਕਤ ਕਰਨ ਵਾਲਾ, ਮਾੜੀ ਸੋਚ ਨਹੀਂ ਰੱਖਣ ਵਾਲਾ ਬੰਦਾ ਕਿਵੇਂ ਪਸੰਦ ਆ ਸਕਦਾ ਹੈ? ਨਹੀਂ ਨਾ ਪਸੰਦ ਆ ਸਕਦਾ, ਕਿਉਂਕਿ ਗੁਰਬਾਣੀ ਕਹਿੰਦੀ ਹੈ ਇੱਦਾਂ ਦੀ ਕੋਈ ਵੀ ਗੱਲ ਨਹੀਂ ਹੁੰਦੀ ਜਿਹਨੂੰ ਕੋਈ ਕਿਸੇ ਤਰੀਕੇ ਦੀ ਕੋਈ ਮਨੁੱਖ ਨੂੰ ਨਜ਼ਰ ਲੱਗ ਜਾਵੇ। ਗੁਰਬਾਣੀ ਕਹਿੰਦੀ ਤੰਤ ਮੰਤ ਨਾ ਜੋਹੀ ਤਿਤ ਚਾਖ ਨਾ ਲਾਗੇ। ਉਸ ਬੰਦੇ ਨੂੰ ਨਾ ਕੋਈ ਤੰਤਰ ਨਾ ਕੋਈ ਮੰਤਰ ਵਸ ਵਿੱਚ ਕਰ ਸਕਦਾ ਹੈ, ਨਾ ਹੀ ਉਹਨੂੰ ਨਜ਼ਰ ਲੱਗ ਸਕਦੀ ਹੈ ਜਿਹੜਾ ਬੰਦਾ ਗੁਰੂ ਦੇ ਜਾਂ ਰੱਬ ਦੇ ਆਸਰੇ ਤੇ ਜਿਉਂਦਾ ਹੈ।
परमात्मा के आसरे ते जिउंदा है। ਉਹਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਨਜ਼ਰ ਨਹੀਂ ਲੱਗਦੀ, ਕਿਸੇ ਪ੍ਰਕਾਰ ਦਾ ਕੋਈ ਤੰਤਰ ਮੰਤਰ ਉਹਨੂੰ ਜੋ ਨਹੀਂ ਸਕਦਾ, ਕੁਝ ਨਹੀਂ ਹੋ ਸਕਦਾ। ਕਹਿੰਦੇ ਨੇ ਇਸੇ ਪ੍ਰਕਾਰ ਦੇ ਨਾਲ ਕੋਈ ਕੋਈ ਪੂਜੇ ਚੰਦਰ ਸੂਰ, ਕਿਸੇ ਨੇ ਚੰਦਰਮਾ ਦੀ ਪੂਜਾ ਕਰਨੀ ਆਰੰਭ ਕਰ ਦਿੱਤੀ, ਕਿਸੇ ਨੂੰ ਸੂਰਜ ਨੂੰ ਪੂਜਣਾ ਆਰੰਭ ਕਰ ਦਿੱਤਾ। ਕੋਈ ਧਰਤ ਅਸਮਾਨ ਮਨਾਵੇ, ਕਿਸੇ ਨੇ ਧਰਤੀ ਨੂੰ ਪੂਜਣਾ ਆਰੰਭ ਕਰ ਦਿੱਤਾ ਤੇ ਕੋਈ ਅਸਮਾਨ ਨੂੰ ਮਨਾਈ ਜਾਂਦਾ ਹੈ। पर कहते ने इवें नहीं हो सकता। किसी ने बसंतर अग की पूजा की पर कहते ने कोई लाभ नहीं होया। फोकट कर्म, ये सारे धार्मिक तौर पर फोकट कर्म किए गए। महाराज ते इत्थे गाउण वाले जिहड़े गाउंदे ने ना गुरबाणी के शब्द, उन्होंने भी ताड़ना करते भी मन तो तेरा भी अजे नहीं मन्निया होया है ना। कोई गावे रागी नादी बेदी बहु भांत कर, नहीं हर हर भीजे राम राजे जिन अंदर कपट विकार है, तिन्ना रोए क्या कि जय। कहते जिन्हां दे हिरदे दे विच कपट है, विकार है, भैड़ी बिरती है, जिन्ना मर्जी वाजियां दे नाल गुरबाणी दे विच उन्हां नूं गाउण वाले नहीं रोण वाले आख्या है। तिन्ना रोए क्या कि जय। कहते उन्हां दा रोना पिटना किस प्रकार है। किन्ने लोग गाउंदे ने, कोई गावे रागी नादी बेदी बहु भांत कर, रागां दे राहीं बेदां दे राहीं ढोलकियां छैणे लैके आपां कई बार परमात्मा नूं मनाउण लग पैंदे हुंदे आ भी चलो मन जावे। पर कहंदे नहीं हर हर भीजे राम राजे, रब दा नाम उन्हां दे हिरदे दे विच टेक नहीं सकिया, हिरदा भेज नहीं सकिया, परमात्मा नूं खुश नहीं कर सके। ते महाराज जी फिर सानूं भी दस दिओ भी उन्हां दा गाविया सुनिया किन्हां दा थां पैंदा है। तो महाराज जी कहते ने गाविया सुनिया उन्हां दा थां पैंदा है जिन्हां सतगुर की आग्या सत सत कर जाने। जिन्हां सतगुरु की आग्या नूं, गुरु की आग्या नूं सत करके मन्निया, उन्हां दा गाविया सुनिया सफल हो जाता है। सो जिन्हां ने गुरु की आग्या नूं मन्निया नहीं, गुरु के अधीन होके चले नहीं, उन्हां दा किवें गाविया सुनिया मन्निया जिहड़ा वो प्रवान हो सकता है। कोई गावे रागी नादी बेदी पौ भांत कर, नहीं हार हार भीजै राम राज्य जिन अंदर कपट विकार है। जिन्हां दे हिरदे दे विच कपट चलदा होवे, विकार चलदे होण, तिन्हां रोए क्या कीजे। कहंदे उन्हां दे लई एक केवल रोना ही है, उच्ची उच्ची कूकना रोना ही है उन्हां दे लई, कुछ लाभ ना हो सकिया उन्हां नूं, किसी भी प्रकार दा वो लाभ नहीं कर सकिया। महाराज ते इत्थों तक कहंदे ने की फायदा होया, पढ़न दे नाल कोई लाभ होया? तो अहंकार ही दूना हो गया। जेता पढ़िया तेता कढ़िया। जिन्ना बंदा पढ़िया लिखिया उन्ना ही उहदे अंदर ईरखा, उन्ना ही उहदे अंदर अहंकार है, उन्ना ही वो अपने अंदर हौमे चुकी फिरदा मैं पढ़िया लिखिया। की लाभ होया? कुछ भी लाभ नहीं होया। सगों जिन्ना पढ़िया उन्ने ही अंदरों ईरखा भर गई, उन्ना ही अंदर हौमे आ गई, अहंकार आ गया, मान आ गया। मैं पढ़दा हाँ, मैं पढ़िया लिखिया, मेरे कोल शब्द हैगे ने। पर कहंदे लाभ की होया? कुछ भी नहीं लाभ होया। जेता पढ़िया तेता कढ़िया, अहंकार करदा रहा, कढ़दा रहा, अपने अंदर नूं साड़दा रहा। ते गुरुदास भाई गुरदास जी इस गल नूं कहंदे ने भावें अखां मीट लो ते भावें चौंकड़े मार के बंद करके अखां मूँह बंद करके चुप करके बैठे रहो, कुछ भी नहीं होने लगा जिन्ना चिर गुर उपदेश गह जौलो ना कमाइए। गाए सुने आखे मीचे पाइए ना परम पद। गाउण दे नाल, अखां मीटण दे नाल, केवल सुण दे नाल परम पदवी नहीं प्राप्त कर सकती जिन्ना चिर असीं गुरु दे उपदेश नूं दृढ़ करके हिरदे दे विच रख नहीं लैंदे। गाए सुने आखे मीचे, अखां मीटण दे नाल, गाउण सुणन दे नाल, अखां मीटण दे नाल कुछ लाभ नहीं हो सकता। गुर उपदेश गहे जो लो ना कमाइए, जिन्ना चिर गुरु दे उपदेश नूं पकड़ के कस के अपने हिरदे दे विच रख नहीं लैंदे, टिका नहीं लैंदे। गुर उपदेश जो लो ना कमाइए। कमाई तो भाव की हुंदा है? कमाई तो भाव ये हुंदा है तन मन काट काट सब अर्पी विच अग्नि आप जलाई, दर्शन हर देखण के। ताई कहंदे ने मैं तां केवल परमात्मा नूं ही मन्नांगा, भावें उहदे लई मैनूं कोई अग सुट दे, मैनूं तां कोई परवाह नहीं है। भावें मेरे शरीर दे टुकड़े कर दिते जाण, मैं तां भी परमात्मा नूं नहीं छड्डांगा। सो इस करके जिहड़ा बंदा दातां दे नाल प्यार करदा होवे उहनूं दातार कित्थों चंगा लगेगा, उहनूं वाहिगुरू कित्थों चंगा लगेगा। क्योंकि अज दे समय दे विच मौत तो आपां क्यों डरदे हां? इस करके डरदे हां सहूलतां बड़ियां ने,
सहूलतां बड़ियां ने, सोहना घर साडे कोल है, परिवार साडे कोल है, गड्डी मोटर सब कुछ साडे कोल है, चंगा भोजन खाने आ, हुण छड्डण नूं किहदा जी करदा? किसे दा भी नहीं। इस करके मौत तो डरदा बंदा भी मेरे कोलों सारा कुछ ही खोया जाना है। पर महाराज जी कहते ने गल तो बिल्कुल सच है भी खोया तो जाना है, पर तू इस डर नूं, मौत के डर नूं क्यों ना परमात्मा दे नाल जोड़। तू सगों परमात्मा दा नाम जपिया कर, तू डर दे विच सहम दे विच ना रह सगों। जे मौत नूं तू चेते रखिया ना तो तू परमात्मा नूं चेते दे विच रख, ताकि अगे दा समा सवार सके। तू आउण वाले समय की तैयारी करके रख। जदों जिथे लेखा मंगीए तिथे खड़े दे सन चंगियाइयां बुराइयां। ये जिहड़े शुभ कर्म ने वो हिरदे दे विच धारण कर, ताकि जिथे तेरे तो लेखा मंगिया जाएगा उस थां ते तू चंगी तरह अपने हिरदे की पवित्रता नूं बयान कर सके। ते भगत रविदास जी कहते ने इवें करके पारस मानो तांबो छे कनक होत नहीं बार। कहते कदी गुरु दे कोल आण के बैठ के ये आस ला के बैठो भी महाराज तेरे तो बिना सानू ज्ञान होने वाला बिल्कुल नहीं है, तेरे तो बिना सानू कोई ज्ञान नहीं होने वाला। कहते फिर वेख्यो जिवें एक पारस नूं, पारस दी वट्टी नूं कहते तांबे दी धात छू जावे ना ते कहते वो सोना बन जाती है। पारस मानो तांबो छुए। गुरबाणी तो इत्थों तक कहती कि गुर पारस हम लो मिल कंचन होवा राम। गुरु एक पारस की तरह है, शुद्ध धात, ते असी एक लोहे की तरह है। ते कहते फिर जदों गुरु दा ते साडा आपस में स्पर्श हुंदा है, भाव कि साडी मत जदों गुरु दे शब्द नूं धारण करदी है, उस समय असी कहते ने मिल कंचन होवा राम। उस समय साडा हिरदा जिहड़ा सोने वर्गा बन जाता है। कि जिवें भगत रविदास जी कहते ने पारस नूं जड़ा कि जिन्ना तांबा छू जाए तो कहते उन्हों सोना बनन लग्या देर नहीं लगती, किसी भी प्रकार की देर नहीं लगती। इवें करके जदों असी गुरु कोल आ जाने आ ते गुरु कोल बैठ के गुरबाणी दे शब्दां नूं आधार बनाउने आ, क्योंकि ये शरीरक मनुखा जिहड़ा शरीर दिता है ना रब ने, ये बहुत ज़्यादा कीमती है। ते जे गुरु नानक साहब जी नूं इहदी कदर सी ते उन्हां ने सानूं एक सिंपल ते सीधा सादा तरीका दस्सिया है कि धार्मिक ग्रंथ दे शब्दां नूं पढ़ो। ये बड़ा सिंपल तरीका है, सब तो सौखा काम है। नहीं तो साडा धार्मिक स्थानां दे विच तां इस दुनिया दे विच किन्ने धार्मिक पखंड ने। सिर दे उपर वड्डियां वड्डियां जड़ावां रख लईए ना तदों भी साडे जीवन की कोई सफलता नहीं हैगी। कुछ लोग अपने आले दुआले अग बाल के गर्मी दे विच बहिंदे सी, कई कहंदे असीं तप साधदे पए आ, तप करदे आ, तां भी कोई जीवन की किसी भी प्रकार की सफलता नहीं हैगी। ते गुरबाणी तो इत्थों तक कहंदे तन ना तपाए तनूर ज्यों बालन हड्ड ना बाल। अपने तन नूं तंदूर वांगू क्यों तपाउणा है? कदी इनू पाणियां दे विच समाधि ला के बैठा जाना है, कदी तू इनू अग दे विच समाधियां ला के बैठा रहना है, कदी किसी प्रकार दे नाल धुप्पे बह के समाधि लाउणा है, कई तू सवाह मलदा इहदे उत्ते। कहंदे तेरा शरीर ने विगाड़िया की है? इस शरीर नूं तन नूं तंदूर वांगू क्यों तपाउंदा रहिंदा है? तंदूर समझदे जिहदे ते रोटियां लाईयां जांदियां ने। कहते भी तंदूर वांगू शरीर नूं क्यों तपाउणा है? बालन हड्ड ना बाल, अपनियां हड्डियां नूं बालन दी तरह बाल ना। इन्हां ने की विगाड़िया तेरा? कोई कसूर हैगा इन्हां दा? सिर पैरी क्या फेड़िया तेरे सिर ने, शरीर ने की विगाड़िया है? अंदर प्री संभाल, परमात्मा अंदर बैठा है, हिरदे दे विच बैठा होया है। पर कहंदे ने नहीं, इस शरीर नूं वैसे ना पता सब कुछ हुंदा है। गुरबाणी गल स्पष्ट करदी है बंदे नूं ना पता सब कुछ है, पर जे असीं लोकां नूं विखाउणा ते हत्थ दे विच माला तां फड़नी पैणी है। दूसरिਆਂ ਨੂੰ ਵਿਖਾਉਣਾ ना भी मैं धर्मी हाँ, तो सानू उच्ची उच्ची कूकना ही पैना भी मैं वाहगुरू वाहगुरू करदा है, वाहगुरू वाहगुरू करदा है। कई थावां ते इहो जिहा होया है, उन्हां दे परिवार वाले बहुत परेशान ने। वो कहंदे भी भावें कि एक धार्मिक कर्म ही है, पर सानू एक गल दा संभाल रखनी चाहिए भी जिन्हें जपना है
ਉਹਨੇ ਜਪ ਹੀ ਲੈਣਾ, ਜਿਹਨੇ ਨਹੀਂ ਜਪਣਾ ਉਹਨੇ ਕਹਿਣ 'ਤੇ ਵੀ ਨਹੀਂ ਜਪਣਾ। ਉਹ ਕਹਿੰਦੇ ਵੀ ਸਾਡੇ ਕੁਝ ਲੋਕ ਪੋਤਰੇ ਆਪਣੇ ਦਾਦਿਆਂ ਤੋਂ ਪਰੇਸ਼ਾਨ ਨੇ, ਕੁਝ ਪੁੱਤਰ ਆਪਣੀਆਂ ਮਾਵਾਂ ਤੋਂ ਪਰੇਸ਼ਾਨ ਨੇ, ਤੇ ਕੁਝ ਪੁੱਤਰ ਆਪਣੇ ਪਿਓ ਤੋਂ ਪਰੇਸ਼ਾਨ ਨੇ। ਕਹਿੰਦੇ ਤੜਕੇ ਉੱਠ ਜਾਂਦਾ ਬਾਪੂ, ਕਹਿੰਦਾ ਜਿਉਂ ਲੱਗਦਾ ਵਾਹਿਗੁਰੂ ਵਾਹਿਗੁਰੂ ਕਰਨ ਸਾਨੂੰ ਸੌਣ ਵੀ ਨਹੀਂ ਦਿੰਦਾ, ਉੱਚੀ ਉੱਚੀ ਲੱਗਾ ਹੁੰਦਾ ਹੈ। ਕਹਿੰਦੇ ਦਾਦਾ ਜੀ ਤੜਕੇ ਉੱਠ ਜਾਂਦੇ ਨੇ, ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਰਨ ਲੱਗਾ ਹੁੰਦਾ, ਸਾਨੂੰ ਪਰੇਸ਼ਾਨ ਕਰਦਾ। ਹੁਣ ਇਹਦੇ ਵਿੱਚ ਕਸੂਰ ਕਿਹਦਾ ਗਿਣਿਆ ਜਾਵੇਗਾ? 100% ਦਾਦੇ ਦਾ ਹੀ ਗਿਣਿਆ ਜਾਵੇਗਾ। ਕਿਉਂ? ਕਿਉਂਕਿ ਜੇ ਵਾਹਿਗੁਰੂ ਹੀ ਕਰਨਾ ਹੈ, ਜਿਹੜਾ ਬੰਦਾ ਤੁਹਾਨੂੰ ਲੱਗਦਾ ਕਿ ਪਰੇਸ਼ਾਨ ਹੋ ਰਿਹਾ ਹੈ, ਉਹਦੇ ਸਾਹਮਣੇ ਨਾ ਉੱਚੀ ਉੱਚੀ ਪੜੋ। ਕਬੀਰ ਸਾਹਿਬ ਜੀ ਕਹਿੰਦੇ ਨੇ ਨਾ, ਕਬੀਰ ਮੁੱਲਾ ਮੁਨਾਰੇ ਕਿਆ ਚੜੇ, ਸਾਈਂ ਨਾ ਬਹਿਰਾ ਹੋਏ। ਉੱਚੀ ਉੱਚੀ ਬਾਂਗ ਦੇਣ ਨਾਲ ਕੀ ਹੋਏਗਾ? ਸਾਈਂ ਕੋਈ ਬਹਿਰਾ ਥੋੜੀ ਹੈ, ਬੋਲਾ ਥੋੜੀ ਹੈ, ਉਹਨੂੰ ਸੁਣਦਾ ਹੈ। ਜੇ ਰੱਬ ਬੋਲਾ ਹੋ ਗਿਆ ਨਾ, ਤਾਂ ਫਿਰ ਧਰਤੀ ਦੇ ਵਿੱਚ ਇਨਸਾਨਾਂ ਦੀ ਹਾਲਤ ਬਹੁਤ ਬੁਰੀ ਹੋ ਜਾਏਗੀ। ਕਿਉਂਕਿ ਜਦੋਂ ਸਾਰੇ ਹੀਲੇ ਖਤਮ ਹੋ ਜਾਣ, ਸਾਰੇ ਤਰੀਕੇ ਖਤਮ ਹੋ ਜਾਣ, ਸਾਰੇ ਸਾਥ ਛੱਡ ਜਾਣ, ਉਹਨਾਂ ਸਮਿਆਂ ਦੇ ਵਿੱਚ ਕੇਵਲ ਅਸੀਂ ਅਰਦਾਸ ਇੱਕ ਰੱਬ ਅੱਗੇ ਕਰਦੇ ਹੁੰਦੇ ਹਾਂ ਕਿ ਪਰਮਾਤਮਾ ਤਾਂ ਸੁਣੇਗਾ ਨਾ ਸਾਡੀ, ਵਾਹਿਗੁਰੂ ਤਾਂ ਸਾਡੀ ਸੁਣੇਗਾ ਨਾ। ਤੇ ਜੇ ਰੱਬ ਵੀ ਬੋਲਾ ਹੋ ਗਿਆ ਤਾਂ ਫਿਰ ਕਿੰਨੇ ਸੁਣਨੀ ਹੈ? ਇਸ ਕਰਕੇ ਸਾਈਂ ਬਹਿਰਾ ਨਹੀਂ ਹੁੰਦਾ। ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ, ਜਿਸ ਵਾਸਤੇ ਤੂੰ ਬਾਂਗ ਦੇਣਾ ਹੈ ਨਾ, ਉਹ ਤੇਰੇ ਹਿਰਦੇ ਦੇ ਵਿੱਚ ਬੈਠਾ, ਉਹਨੂੰ ਧਿਆਨ ਅੰਦਰੋਂ ਪ੍ਰਗਟ ਕਰ। ਇਵੇਂ ਕਰਕੇ ਕਹਿੰਦੇ ਨੇ ਕਦੀ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਵੇਖੋ, ਸਭ ਤੋਂ ਸੌਖਾ ਤਰੀਕਾ ਹੈ ਪੜ੍ਹਨਾ, ਸੌਖਾ ਤਰੀਕਾ ਹੈ, ਕੋਈ ਔਖਾ ਕੰਮ ਨਹੀਂ ਹੈਗਾ। ਹੋਰ ਜਿੰਨੇ ਵੀ ਧਾਰਮਿਕ ਕਰਮ ਹੈਗੇ ਨੇ, ਕਿਸੇ ਵੀ ਪ੍ਰਕਾਰ ਦੇ, ਭਾਵੇਂ ਰੋਟੀ ਛੱਡਣੀ ਹੋਵੇ, ਭਾਵੇਂ ਨੰਗੇ ਪੈਰੀ ਲੰਮੀਆਂ ਯਾਤਰਾਵਾਂ ਕਰਨੀਆਂ ਹੋਣ, ਭਾਵੇਂ ਬਰਫੀਲੇ ਥਾਵਾਂ ਦੇ ਉੱਤੇ ਜਾ ਕੇ ਬਹਿਣਾ ਹੋਵੇ, ਤੇ ਭਾਵੇਂ ਠੰਡੇ ਪਾਣੀ ਦੇ ਵਿੱਚ ਇਸ਼ਨਾਨ ਕਰਨਾ ਹੋਵੇ, ਉਹ ਸਭ ਤਰੀਕੇ ਸਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਸਹਾਇਤਾ ਨਹੀਂ ਦੇ ਸਕਦੇ। ਕਿਸੇ ਵੀ ਪ੍ਰਕਾਰ ਦੀ ਕੋਈ ਵੀ ਸਹਾਇਤਾ ਨਹੀਂ ਦੇ ਸਕਦੇ, ਨਹੀਂ ਰੀਝ ਸਕਦਾ ਰੱਬ। ਕਹਿੰਦੇ ਨੇ ਗੁਰਬਾਣੀ ਦੇ ਵਿੱਚ ਇੱਕ ਕਹਿੰਦੇ ਇਹੋ ਗੱਲ ਕਹਿੰਦੇ ਨਾ, ਕਹਿੰਦੇ ਨੇ ਪੱਗ ਉੱਪੇ ਤਾੜਾਂ ਅਲਮਲ ਖਾਈ, ਸਿਰ ਸ਼ਾਈ ਪਾਈ ਮੂਰਖਾਂ ਦੇ ਪਤ ਗਵਾਈ। ਕਹਿੰਦੇ ਨੇ ਸਵਾਹ ਮੰਨ ਲਈ ਤੇ ਕਹਿੰਦੇ ਸਿਰ ਦੇ ਵਿੱਚ ਸਵਾਹ ਪਾ ਲਈ। ਹੈ ਨਾ, ਦੇਖੋ ਨਾ, ਲੋਕੀ ਇਹ ਕਹਿ ਦੇਣ ਵੀ ਤੇਰੇ ਸਿਰ ਦੇ ਵਿੱਚ ਸਵਾਹ, ਤੇ ਲੋਕੀ ਗੁੱਸਾ ਕਰ ਲੈਂਦੇ ਨੇ। ਤੇ ਕਈ ਲੋਕ ਆਪਣੇ ਸਿਰ ਦੇ ਵਿੱਚ ਮੁੱਠਾ ਭਰ ਭਰ ਕਾਪ ਹੀ ਪਾਈ ਜਾਂਦੇ ਨੇ, ਕੋਈ ਲਾਭ ਨਹੀਂ ਨਾ ਹੋਇਆ। ਇਸ ਕਰਕੇ ਸਿਰਫ ਬਾਣੀ ਨੂੰ, ਜਿਵੇਂ ਆਪਾਂ ਸ਼ਬਦ ਪੜ੍ਹਿਆ ਸੀ, ਆਇਓ ਸੁਣਨ ਪੜ੍ਹਨ ਕੋ ਬਾਣੀ, ਸਿੱਧਾ ਤੇ ਸਿੰਪਲ ਕੰਮ ਹੈ। ਬਾਣੀ ਨੂੰ ਸੁਣਨ ਵਾਸਤੇ ਤੇ ਪੜ੍ਹਨ ਵਾਸਤੇ ਸੰਸਾਰ ਦੇ ਵਿੱਚ ਆਇਆ ਸੀਗਾ, ਧਾਰਮਿਕ ਗ੍ਰੰਥਾਂ ਨੂੰ। ਹੋਰ ਕੋਈ ਕੰਮ ਹੀ ਨਹੀਂ ਹੈਗਾ, ਹੋਰ ਕੋਈ ਤਰੀਕਾ ਹੀ ਨਹੀਂ ਹੈਗਾ ਕਿ ਅਸੀਂ ਪਰਮਾਤਮਾ ਦੀ ਇਬਾਦਤ ਕਰ ਸਕੀਏ। ਉਹ ਗੱਲ ਵੱਖਰੀ ਹੈ ਕਿ ਬੰਦਾ ਪਖੰਡ ਜਿੰਨੇ ਮਰਜ਼ੀ ਕਰੀ ਜਾਵੇ, ਪਖੰਡ ਜਿੰਨਾ ਮਰਜ਼ੀ ਕਰੀ ਜਾਵੇ, ਜਿੰਨੇ ਮਰਜ਼ੀ ਕੋਈ ਪਖੰਡ ਕਰ ਲਵੇ, ਕੁਛ ਲਾਭ ਨਹੀਂ ਹੈਗਾ ਜਿੰਨਾ ਚਿਰ ਗੁਰਬਾਣੀ ਦਾ ਸ਼ਬਦ ਹਿਰਦੇ ਦੇ ਵਿੱਚ ਨੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਇੱਕ ਤਰੀਕਾ ਹੈ, ਇੱਕੋ ਇੱਕ ਤਰੀਕਾ ਸੰਸਾਰ ਦੇ ਵਿੱਚ ਰਹਿਣ ਦਾ, ਕਿ ਜੇ ਕੋਈ ਬੰਦਾ ਆਖੇ ਵੀ ਮੇਰੇ ਕੋਲ ਟਾਈਮ ਨਹੀਂ ਹੈਗਾ, ਸੰਸਾਰ ਦੇ ਵਿੱਚ ਬਹੁਤ ਗੰਦਗੀ ਹੈ ਜੀ, ਸੰਸਾਰ ਦੇ ਵਿੱਚ ਬਹੁਤ ਵਿਕਾਰੀ ਲੋਕ ਨੇ, ਮੇਰੇ ਤੋਂ ਬੰਦਗੀ ਨਹੀਂ ਹੋ ਸਕਦੀ ਇਸ ਭਿਆਨਕ ਕਲਯੁਗ ਦੇ ਵਿੱਚ। ਤੇ ਗੁਰੂ ਸਾਹਿਬ ਜੀ ਕੋਈ ਗੱਲ ਕਹਿੰਦੇ ਨੇ, ਕਹਿੰਦੇ ਮੁਰਗਾਬੀ ਵੇਖੀ ਹੈ ਜਿਹੜੀ ਪਾਣੀ ਦੇ ਵਿੱਚ ਤਰਦੀ ਹੈ। ਕਹਿੰਦੇ ਨੇ ਉਸ ਮੁਰਗਾਬੀ ਦੇ ਵੱਲ ਵੇਖ ਕੇ ਜਪ ਲੈ, ਕਹਿੰਦੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੇ ਸਾਣੇ। ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਰਹਿੰਦਾ ਹੈ ਤੇ ਆਪਣੇ ਖੰਭਾਂ ਨੂੰ, ਆਪਣੇ ਪੱਤਿਆਂ ਨੂੰ ਚਿੱਕੜ ਨਹੀਂ ਲੱਗਣ ਦਿੰਦਾ, ਫੁੱਲ ਨੂੰ ਚਿੱਕੜ ਨਹੀਂ ਲੱਗਣ ਦਿੰਦਾ, ਮੁਰਗਾਈ ਨੈ ਸਾਣੇ। ਮੁਰਗਾਬੀ ਜਿਹੜੀ ਹੈ ਉਹ ਪਾਣੀ ਦੇ ਵਿੱਚ ਤੈਰਦੀ ਹੈ, ਆਪਣੇ ਖੰਭਾਂ ਨੂੰ ਪਾਣੀ ਨਹੀਂ ਲੱਗਣ ਦਿੰਦੀ। ਕਹਿੰਦੇ ਨੇ ਇਵੇਂ ਕਰਕੇ ਸ਼ਬਦ ਸੁਰਤ ਭਵ ਸਾਗਰ ਤਰੀਏ। ਸ਼ਬਦ ਨੂੰ ਆਪਣੀ ਸੁਰਤ ਦੇ ਵਿੱਚ ਟਿਕਾ ਕੇ ਭਵ ਸਾਗਰ ਨੂੰ ਤਰਿਆ ਜਾ ਸਕਦਾ ਹੈ। ਨਾਨਕ ਇਹ ਬਖਾਣੇ। ਕਹਿੰਦੇ ਇਵੇਂ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਫਿਰ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਨੂੰ ਆਪਣਾ ਗੁਰੂ ਮੰਨਣਾ ਹੈ। ਕੌਣ ਮੰਨਦਾ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸ਼ਬਦ ਗੁਰੂ? ਕੋਈ ਨਹੀਂ ਕਹਿੰਦਾ। ਸਾਰੇ ਇੱਕੋ ਗੱਲ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਣੇ ਚਾਹੀਦੇ ਨੇ, ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋਣੇ ਚਾਹੀਦੇ ਨੇ, ਗੁਰੂ ਅਰਜਨ ਦੇਵ ਜੀ ਪ੍ਰਗਟ ਹੋਣੇ ਚਾਹੀਦੇ ਨੇ। ਪਰ ਮਹਾਰਾਜ ਜੀ ਸਾਨੂੰ ਇੱਕੋ ਗੱਲ ਕਹਿ ਗਏ ਸੀ ਨੇ ਕਿ ਸ਼ਬਦ ਦੇ ਵਿੱਚੋਂ ਖੋਜ ਲਿਓ, ਤੁਹਾਨੂੰ ਪਰਮਾਤਮਾ ਮਿਲ ਜਾਏਗਾ, ਤੁਹਾਨੂੰ ਗੁਰੂ ਨਾਨਕ ਦਿਸੇਗਾ, ਤੁਹਾਨੂੰ ਗੁਰੂ ਅਰਜਨ ਸਾਹਿਬ ਜੀ ਦਿਸਣਗੇ, ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਿਸਣਗੇ। ਪਰ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਨਹੀਂ ਦਰਸ਼ਨ ਹੋ ਰਹੇ। ਕਿਉਂ ਨਹੀਂ ਹੋ ਰਹੇ? ਕਿਉਂਕਿ ਸਾਡੇ ਕੋਲ ਸ਼ਬਦਾਂ ਦਾ ਆਸਰਾ ਨਹੀਂ ਹੈਗਾ, ਸ਼ਬਦਾਂ ਦੀ ਓਟ ਨਹੀਂ ਹੈਗੀ, ਸਾਡੇ ਕੋਲ ਸ਼ਬਦ ਨਹੀਂ ਹੈਗੇ।
ਅਸੀਂ ਕੇਵਲ ਸ਼ਬਦ ਨੂੰ ਇੱਕ ਪਾਸੇ ਰੱਖ ਦਿੰਦੇ ਹਾਂ। ਅਸੀਂ ਕਹਿੰਦੇ ਵੀ ਕੇਵਲ ਐਵੇਂ ਹੋਵੇ ਕਿ ਸਾਡੇ ਸਾਹਮਣੇ ਕੋਈ ਸਾਹਮਣੇ ਆ ਜਾਵੇ ਕੋਈ ਚੋਲਾ ਪਾ ਕੇ ਬਾਬਾ, ਤੇ ਉਸ ਬਾਬੇ ਨੂੰ ਅਸੀਂ ਆਖੇ ਕਿ ਬਾਬਾ ਜੀ ਸਾਡੇ ਅੰਦਰ ਇੰਨੇ ਦੁੱਖ ਨੇ, ਤੇ ਬਾਬਾ ਕੋਈ ਕੱਢ ਕੇ ਆਪਣੇ ਚੋਲੇ ਦੇ ਜੇਬ ਦੇ ਵਿੱਚੋਂ ਸਾਨੂੰ ਕੋਈ ਇਹੋ ਜਿਹੀ ਕੋਈ ਚੀਜ਼ ਦੇ ਦੇਵੇ ਜਿਹਦੇ ਨਾਲ ਉਹ ਆਖੇ ਵੀ ਇਹਨੂੰ ਜਦੋਂ ਹੀ ਤੂੰ ਛੇੜਿਆ ਕਰੇਂਗਾ ਇਸ ਚੀਜ਼ ਨੂੰ ਜਾਂ ਇਸ ਵਸਤੂ ਨੂੰ, ਜਦੋਂ ਵੀ ਤੂੰ ਇਹ ਬਟਨ ਦੱਬੇਗਾ ਤੇ ਤੈਨੂੰ ਜੋ ਚੀਜ਼ ਮੰਗੇਗਾ ਕਿ ਤੈਨੂੰ ਪ੍ਰਾਪਤ ਹੋ ਜਾਏਗੀ। ਪਰ ਆਪਾਂ ਇਹ ਨਹੀਂ ਕਹਿੰਦੇ, ਇਹ ਗੱਲ ਨੂੰ ਨਹੀਂ ਮੰਨਦੇ। ਆਪਾਂ ਕਹਿੰਦੇ ਵੀ ਨਹੀਂ, ਸਾਨੂੰ ਕੋਈ ਫਟਾਫਟ ਵਾਲੀ ਚੀਜ਼ ਚਾਹੀਦੀ ਹੈ। ਪਰ ਗੁਰਬਾਣੀ ਕਹਿੰਦੀ ਹੈ, ਗੁਰਬਾਣੀ ਕੁਝ ਹੋਰ ਕਹਿੰਦੀ ਹੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ। ਗੁਰਬਾਣੀ ਕਹਿੰਦੀ ਹੈ ਪਹਿਲਾਂ ਮਰਨਾ ਕਬੂਲ ਕਰ ਲੈ, ਮੌਤ ਪੱਕੀ ਆਉਣੀ ਹੈ। ਆਪਾਂ ਉੱਥੇ ਹੀ ਭੱਜ ਜਾਂਦੇ ਵੀ ਬਾਬਾ ਮੌਤ ਦੀਆਂ ਗੱਲਾਂ ਕਰਦਾ, ਸਾਡੇ ਤੋਂ ਸੁਣੀਆਂ ਨਹੀਂ ਜਾਂਦੀਆਂ। ਬਾਬਾ ਜੀ ਮੌਤ ਦੀਆਂ ਗੱਲਾਂ ਕਰਦੇ ਨੇ, ਪਰ ਗੁਰਬਾਣੀ ਕਹਿੰਦੀ ਨਹੀਂ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋਂ ਆਓ ਹਮਾਰੇ ਪਾਸ। ਸਾਰਿਆਂ ਦੀ ਚਰਨ ਧੂੜੀ ਬਣ ਜਾ, ਮੇਰੇ ਕੋਲ ਆ ਜਾ। ਫਿਰ ਮੇਰੇ ਕੋਲ ਆਵੇਂਗਾ ਨਾ, ਉਸ ਸਮੇਂ ਤੇਰਾ ਅੰਦਰ ਸਵਾਰਿਆ ਜਾ ਸਕਦਾ ਹੈ। ਜਦੋਂ ਸਾਰਿਆਂ ਦੀ ਚਰਨ ਧੂੜੀ ਬਣ ਜਾਏਗਾ, ਪਹਿਲਾਂ ਮੌਤ ਕਬੂਲ ਕਰ ਲੈ ਵੀ ਮੌਤ ਤਾਂ ਆਉਣੀ ਆਉਣੀ ਹੈ। ਕੋਈ ਜ਼ਰੂਰੀ ਨਹੀਂ ਵੀ ਬੁਢਾਪੇ ਤੋਂ ਬਾਅਦ ਹੀ ਆਉਣੀ ਹੈ, ਕਦੋਂ ਵੀ ਆ ਸਕਦੀ ਹੈ। ਕਬੂਲ ਕਰ ਲੈ। ਪਰ ਕੌਣ ਕਬੂਲ ਕਰਦਾ ਹੈ? ਕੋਈ ਵੀ ਕਬੂਲ ਨਹੀਂ ਕਰਦਾ। ਸਗੋਂ ਨਾਂ ਲੈਣਾ ਵੀ ਔਖਾ ਲੱਗਦਾ ਸਾਨੂੰ। ਕਹਿੰਦੇ ਮੌਤ ਮੌਤ ਨਾ ਆਖੋ, ਰੱਬ ਬੜੀ ਛੇਤੀ ਸੁਣਦਾ ਜੇ। ਮੌਤ ਮੌਤ ਨਾ ਆਖੋ। ਪਰ ਗੁਰਬਾਣੀ ਕਹਿੰਦੀ ਹੈ ਵੀ ਕਬੂਲ ਕਰਨਾ ਪੈਣਾ ਤੈਨੂੰ। ਅੱਗੇ ਭਾਈ ਗੁਰਦਾਸ ਜੀ ਇੱਕ ਵਾਰ ਦੇ ਵਿੱਚ ਕਹਿੰਦੇ ਨੇ ਹੁਣ ਇਹ ਤਾਂ ਹੋ ਨਹੀਂ ਸਕਦਾ ਵੀ ਮੈਂ ਕੇਵਲ ਇਹ ਆਖੀ ਜਾਵਾਂ ਵੀ ਮੈਂ ਖੰਡ ਖੰਡ ਆਖੀ ਜਾਵਾਂ ਤੇ ਮੇਰਾ ਮੂੰਹ ਮਿੱਠਾ ਹੋਣ ਵਾਲਾ ਨਹੀਂ। ਉਹਨੂੰ ਖੰਡ ਨੂੰ ਮੂੰਹ ਦੇ ਵਿੱਚ ਚੁੱਕ ਕੇ ਪਾਉਣਾ ਹੀ ਪਏਗਾ। ਖੰਡ ਖੰਡ ਆਖਣ ਨਾਲ ਮੂੰਹ ਮਿੱਠਾ ਨਹੀਂ ਹੁੰਦਾ, ਜਿੰਨਾ ਚਿਰ ਉਸ ਖੰਡ ਦੇ ਦਾਣੇ ਨੂੰ ਚੁੱਕ ਕੇ ਮੂੰਹ ਦੇ ਵਿੱਚ ਨਾ ਪਾਇਆ ਜਾਵੇ। ਇਵੇਂ ਕਰਕੇ ਰੱਬ ਦੇ ਅੱਗੇ ਪਿੱਟੀ ਜਾਈਏ ਵੀ ਬਾਬਾ ਜੀ ਮੇਰੇ ਹਿਰਦੇ ਦੇ ਵਿੱਚ ਵਸ ਜਾਓ, ਬਾਬਾ ਜੀ ਮੇਰੇ ਕੋਲ ਆ ਜਾਓ, ਬਾਬਾ ਜੀ ਮੇਰੇ ਹਿਰਦੇ ਦੇ ਵਿੱਚ ਦਿਲ ਦੇ ਵਿੱਚ ਆਣ ਕੇ ਬੈਠੋ, ਬਾਬਾ ਜੀ ਮੇਰਾ ਜੀ ਨਹੀਂ ਲੱਗਦਾ। ਕੁਝ ਨਹੀਂ ਹੋ ਸਕਦਾ ਜਿੰਨਾ ਚਿਰ ਗੁਰਬਾਣੀ ਨੂੰ ਖੁਦ ਪੜ੍ਹ ਕੇ ਵਿਚਾਰ ਕੇ ਜਾਂ ਸੁਣ ਕੇ ਹਿਰਦੇ ਦੇ ਵਿੱਚ ਟਿਕਾਇਆ ਨਹੀਂ ਜਾਂਦਾ, ਉਹਨਾਂ ਚਿਰ ਬਾਬਾ ਜੀ ਕੁਝ ਨਹੀਂ ਹੋ ਸਕਦਾ। ਕਿਸੇ ਵੀ ਪ੍ਰਕਾਰ ਦੇ ਨਾਲ ਸਾਨੂੰ ਸਫਲਤਾ ਨਹੀਂ ਮਿਲ ਸਕਦੀ ਹੈ। ਤੇ ਗੁਰਬਾਣੀ ਦੇ ਵਿੱਚ ਭਗਤ ਰਵਿਦਾਸ ਜੀ ਕਹਿੰਦੇ ਉਨ ਮਨ ਹੀ ਮਿਲੇ। ਜਦੋਂ ਆਤਮਾ ਪਰਮਾਤਮਾ ਨੂੰ ਮਨਾਉਣ ਵਾਸਤੇ ਤੁਰ ਪਵੇ ਨਾ, ਫਿਰ ਕਹਿੰਦੇ ਜਿਹੜਾ ਮਨ ਨਹੀਂ ਮੰਨਦਾ ਫਿਰ ਉਹਨੂੰ ਮੰਨਣ ਲਈ ਤਿਆਰ ਹੋ ਜਾਂਦਾ। ਅਚਰ ਚਰੇ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਕਹਿੰਦੇ ਅਚਰ ਤੋਂ ਭਾਵ ਹੁੰਦਾ ਜਿਹੜਾ ਮਨ ਕਦੀ ਜਿੱਤਿਆ ਨਹੀਂ ਜਾਂਦਾ ਸੀ, ਜਦੋਂ ਬੰਦਾ ਇਸ ਮਨ ਨੂੰ ਜਿੱਤ ਲੈਂਦਾ ਹੈ। ਅਚਰ ਚਰੇ ਤਾਂ ਸਿੱਧ ਹੋਈ। ਹਾਂ, ਸਿੱਧ ਤੋਂ ਭਾਵ ਹੁੰਦਾ ਹੈ ਉਦੋਂ ਤੈਨੂੰ ਕੋਈ ਸਿੱਧਾ ਰਸਤਾ ਦਿਸ ਸਕਦਾ ਹੈ, ਕੋਈ ਮਾਰਗ ਦਿਸ ਸਕਦਾ ਹੈ। ਸਿੱਧੀ ਤੇ ਬੁੱਧ ਪਾਈ, ਫਿਰ ਉਸ ਸਿੱਧੇ ਮਾਰਗ ਤੋਂ ਤੈਨੂੰ ਬੁੱਧ ਪ੍ਰਾਪਤ ਹੋਏਗੀ, ਤੈਨੂੰ ਬੁੱਧ ਪ੍ਰਾਪਤ ਹੋ ਸਕਦੀ ਹੈ। ਤੇ ਸਿੱਧੀ ਕੀ ਹੁੰਦਾ ਹੈ? ਸਿੱਧੀ ਜੇ ਅਸੀਂ ਆਖੀਏ ਨਾ ਵੀ ਸਿੱਧੀ ਕੁਛ ਨਹੀਂ ਹੁੰਦਾ, ਸਿੱਧੀ ਇੱਕ ਟ੍ਰੇਨਿੰਗ ਹੈ। ਜਿਵੇਂ ਰੋਜ਼ਾਨਾ ਕੋਈ ਇੱਕ ਅਭਿਆਸ ਹੈ। ਸਿੱਧੀ ਕੋਈ ਹੋਰ ਕੋਈ ਵੱਖਰੀ ਗੱਲ ਨਹੀਂ ਹੈਗੀ ਵੀ ਕੋਈ ਸ਼ਕਤੀ ਅਸਮਾਨੀ, ਕੋਈ ਸਾਡੇ ਤੇ ਅਸਮਾਨੀ ਬਿਜਲੀ ਡਿੱਗਦੀ ਹੈ ਜਾਂ ਕਿਸੇ ਪ੍ਰਕਾਰ ਦਾ ਕੋਈ ਚੱਕਰ ਵੀ ਉਹ ਸਾਡੇ ਉੱਪਰ ਆਣ ਕੇ ਡਿੱਗਦਾ ਜਾਂ ਕਿਸੇ ਪ੍ਰਕਾਰ ਦੀ ਕੋਈ ਸ਼ਕਤੀ ਸਾਡੇ ਅੰਦਰ ਆ ਜਾਂਦੀ ਹੈ। ਸਿਰਫ ਤਾਂ ਸਿਰਫ ਟ੍ਰੇਨਿੰਗ ਹੈ, ਅਭਿਆਸ ਹੈ ਸਿੱਧੀ। ਕਿ ਜਿਵੇਂ ਕੋਈ ਮਨੁੱਖ ਲੋਹੇ ਦਾ ਕੰਮ ਕਰਦਾ ਹੈ ਤੇ ਉਹ ਪਹਿਲੇ ਦਿਨ ਲੋਹਾ ਕੱਟਦਾ ਹੈ, ਫਿਰ ਹੌਲੀ ਹੌਲੀ ਆਪਣੇ ਉਸਤਾਦ ਤੋਂ ਲੋਹਾ ਕੱਟਣਾ ਸਿੱਖਦਾ ਹੈ, ਕੱਟ ਕੇ ਫਿਰ ਉਹਨੂੰ ਗੋਲ ਘੁਮਾਉਣਾ ਸਿੱਖਦਾ ਹੈ। ਫਿਰ ਉਸ ਲੋਹੇ ਦੇ ਉੱਤੇ ਹਥੌੜਾ ਮਾਰਦਾ ਹੈ, ਹਥੌੜੇ ਦੇ ਉੱਪਰ ਐਰਨ ਦੇ ਉੱਪਰ ਰੱਖ ਕੇ ਹਥੌੜੇ ਨੂੰ ਚਲਾ ਕੇ ਫਿਰ ਉਹ ਹੌਲੀ ਹੌਲੀ ਉਹ ਬੂਹੇ ਦਰਵਾਜ਼ੇ ਬਾਰੀਆਂ ਬਣਾਉਣ ਲੱਗ ਪੈਂਦਾ ਹੈ। ਤੇ ਉਹਨੂੰ ਫਿਰ ਟ੍ਰੇਨਿੰਗ ਹੋ ਜਾਂਦੀ ਹੈ। ਜਦੋਂ ਟ੍ਰੇਨਿੰਗ ਹੋ ਜਾਵੇ ਉਦੋਂ ਫਿਰ ਗੱਲਾਂ ਕਰਦਾ ਕਰਦਾ ਵੀ ਉਹ ਕੰਮ ਕਰੀ ਜਾਂਦਾ ਹੁੰਦਾ, ਨਾਲੇ ਆਪਣੇ ਸਾਥੀਆਂ ਨਾਲ ਗੱਲਾਂ ਵੀ ਕਰੀ ਜਾਂਦਾ ਹੁੰਦਾ ਹੈ ਤੇ ਨਾਲੇ ਉਹ ਲੋਹੇ ਦੇ ਉੱਪਰ ਹਥੌੜੇ ਵੀ ਮਾਰੀ ਜਾਂਦਾ ਹੁੰਦਾ ਹੈ। ਤੇ ਉਹ ਆਪਣੇ ਲੋਹੇ ਦੇ ਆਕਾਰ ਨੂੰ ਵੀ ਬਦਲ ਰਿਹਾ, ਉਹਨੇ ਕੋਲ ਬੈਠੇ ਬੰਦੇ ਦੇ ਨਾਲ ਗੱਲਾਂ ਵੀ ਕਰ ਲਈਆਂ ਤੇ ਉਹਨੇ ਆਪਣੀ ਕਿਰਤ ਨੂੰ ਅੱਗੇ ਵੀ ਵਧਾ ਲਿਆ, ਸਾਰੇ ਕੰਮ ਰਾਸ ਕਰ ਲਏ ਨਾ। ਇਵੇਂ ਕਰਕੇ ਸਿੱਧੀ ਕੀ ਹੁੰਦਾ ਹੈ? ਸਿੱਧੀ ਤੋਂ ਭਾਵ ਹੁੰਦਾ ਹੈ ਅਭਿਆਸ ਕਰਨਾ, ਅਭਿਆਸ ਕਰਨਾ, ਚੇਤੇ ਕਰਨਾ ਕਿ ਅਸੀਂ ਪਰਮਾਤਮਾ ਨੂੰ ਰੋਜ਼ ਚੇਤੇ ਕਰਾਂਗੇ, ਰੋਜ਼ ਪਰਮਾਤਮਾ ਜੀ ਨੂੰ ਧਿਆਨ ਦੇ ਵਿੱਚ ਰੱਖਾਂਗੇ ਤੇ ਫਿਰ ਅਸੀਂ ਕੀ ਕਰਾਂਗੇ? ਸਾਡਾ ਮਨ ਆਵਾਜ਼ ਦੇਗਾ ਬੰਦਿਆ ਬੁਰੇ ਕਰਮ ਨਹੀਂ ਕਰਨੇ। ਪਰਮਾਤਮਾ ਨੂੰ ਮਸਾਂ ਬਣਾਇਆ, ਮਸਾਂ ਕਿਤੇ ਵਾਹਿਗੁਰੂ ਵਾਹਿਗੁਰੂ ਦੀ ਧੁਨ ਆਪਣੇ ਆਪ ਅੰਦਰ ਚੱਲਣ ਲੱਗੀ ਹੈ, ਕਿਤੇ ਇਹ ਹੁਣ ਖਤਮ ਨਾ ਹੋ ਜਾਏ।
ਫਿਰ ਅਸੀਂ ਕਵਾਂਗੇ ਚੋਰੀ ਨਹੀਂ ਕਰਨੀ। ਬੜੀ ਕੋਸ਼ਿਸ਼ ਕਰਨ ਦੇ ਨਾਲ ਤੜਕੇ ਉੱਠਣ ਸਾਰ ਪਹਿਲਾਂ ਮੈਨੂੰ ਕਈ ਕੰਮ ਚੇਤੇ ਆਉਂਦੇ ਹੁੰਦੇ ਸੀਗੇ ਵੀ ਆਹ ਕਰਨਾ ਹੈ, ਆਹ ਕੰਮ ਰਾਸ ਕਰਨਾ, ਇੱਧਰੋਂ ਘਾਟਾ ਪੈ ਗਿਆ, ਇੱਧਰੋਂ ਵਾਧਾ ਹੋ ਚੱਲਿਆ। ਇਹ ਸਾਰੀਆਂ ਗੱਲਾਂ ਮੈਂ ਮਸਾਂ ਇਹਨਾਂ ਤੋਂ ਛੁਟਕਾਰਾ ਪਾ ਕੇ ਤੇ ਸਵੇਰੇ ਉੱਠਦਿਆਂ ਸਾਰ ਹੱਥ ਜੋੜ ਕੇ ਆਖਿਆ ਵਾਹਿਗੁਰੂ ਤੇਰਾ ਸ਼ੁਕਰਾਨਾ ਹੈ, ਇੱਕ ਰਾਤ ਮੇਰੀ ਸੁੱਖਾਂ ਨਾਲ ਬਤੀਤ ਕੀਤੀ, ਹੁਣ ਦਿਨ ਚੜਿਆ ਤੇ ਮੇਰਾ ਸੁੱਖਾਂ ਨਾਲ ਬਤੀਤ ਹੋਵੇ, ਤੇਰੇ ਭਾਣੇ ਦੇ ਅੰਦਰ ਬਤੀਤ ਹੋਵੇ। ਉੱਠਦਿਆਂ ਸਾਰ ਕਦੀ ਸੋਚੋ ਕਿਹੋ ਜਿਹਾ ਆਨੰਦ ਹੋਏਗਾ ਕਿ ਜਦੋਂ ਸਵੇਰੇ ਸਵੇਰੇ ਪਾਣੀ ਪੀਣ ਤੋਂ ਪਹਿਲਾਂ ਵੀ ਰੱਬ ਦਾ ਹੱਥ ਜੋੜ ਕੇ ਸ਼ੁਕਰਾਨਾ ਕੀਤਾ, ਮਹਾਰਾਜ ਦਾ ਸ਼ੁਕਰਾਨਾ ਕੀਤਾ, ਰੱਬ ਦੇ ਅੱਗੇ ਹੱਥ ਜੋੜ ਕੇ ਰੱਬ ਜੀ ਨੂੰ ਧਿਆਲਿਆ। ਪਰ ਕਹਿੰਦੇ ਨੇ ਹੌਲੀ ਹੌਲੀ ਫਿਰ ਜਦੋਂ ਇਹ ਅਭਿਆਸ ਕਰਦੇ ਰਵਾਂਗੇ ਨਾ, ਫਿਰ ਕਹਿੰਦੇ ਨੇ ਫਿਰ ਸਾਨੂੰ ਬੁੱਧ ਪ੍ਰਾਪਤ ਹੋਏਗੀ। ਬੁੱਧ ਤੋਂ ਭਾਵ ਕੀ ਹੁੰਦਾ, ਉਹਦੇ ਵਿੱਚੋਂ ਇੱਕ ਸਿਆਣਪ ਨਿਕਲੇਗੀ। ਜਿਵੇਂ ਉਸ ਕੰਮ ਕਰਨ ਵਾਲੇ ਕਾਰੀਗਰ ਨੇ ਪਹਿਲਾਂ ਕੰਮ ਨੂੰ ਸਿੱਖਦਾ ਰਿਹਾ, ਸਿੱਖਣ ਤੋਂ ਬਾਅਦ ਫਿਰ ਇੱਕ ਘੈਂਟ ਕਾਰੀਗਰ ਬਣ ਗਿਆ, ਵਧੀਆ ਕਾਰੀਗਰ ਬਣ ਗਿਆ, ਤੇ ਕਾਰੀਗਰ ਬਣਨ ਤੋਂ ਬਾਅਦ ਹੁਣ ਉਹ ਵਧੀਆ ਕਾਰੀਗਰ ਵੀ ਹੈ, ਪਰਿਵਾਰ ਨੂੰ ਵੀ ਪਾਲਦਾ ਹੈ, ਆਪਣੀਆਂ ਸਾਰੇ ਹੋਰ ਥਾਵਾਂ 'ਤੇ ਵੀ ਜਾਂਦਾ ਹੈ, ਸਾਰੇ ਕਾਰਜ ਨਿਭਾਉਂਦਾ ਹੈ। ਤੇ ਕਹਿੰਦੇ ਇਵੇਂ ਕਰਕੇ ਜਦੋਂ ਅਸੀਂ ਅਭਿਆਸ ਕਰਦੇ ਹਾਂ ਤੇ ਅਸੀਂ ਵਧੀਆ ਕਾਰੀਗਰ ਬਣ ਜਾਵਾਂਗੇ, ਵਧੀਆ ਅਭਿਆਸ ਕਰਦੇ ਕਰਦੇ ਭਗਤ ਬਣ ਜਾਵਾਂਗੇ। ਫਿਰ ਜਦੋਂ ਭਗਤ ਬਣ ਗਏ ਉਦੋਂ ਸਾਨੂੰ ਪਰਮਾਤਮਾ ਦੇ ਨਾਲ ਨੇੜਤਾ ਹੋਏਗੀ। ਜਦੋਂ ਪਰਮਾਤਮਾ ਦੇ ਨਾਲ ਸਾਡੀ ਨੇੜਤਾ ਹੁੰਦੀ ਹੈ ਤੇ ਫਿਰ ਕਹਿੰਦੇ ਨੇ ਬ੍ਰਹਮੇ ਜਨ ਜਨਮੈ ਪਾਰ ਬ੍ਰਹਮ ਏਕੇ ਆਪ ਨਹੀਂ ਕਛ ਪਰਮ। ਉਦੋਂ ਕਹਿੰਦੇ ਨੇ ਬ੍ਰਹਮ ਦੇ ਵਿੱਚ ਜਨ ਜਿਹੜਾ ਉਹ ਚਲਾ ਜਾਂਦਾ, ਸਮਾ ਜਾਂਦਾ ਹੈ, ਤੇ ਫਿਰ ਜਨ ਦੇ ਵਿੱਚ ਪਰਮਾਤਮਾ ਆ ਜਾਂਦਾ, ਕੋਈ ਭੇਦ ਨਹੀਂ ਹੈਗਾ। ਬ੍ਰਹਮੇ ਜਨ ਜਨਮੇ ਪਾਰ ਬ੍ਰਹਮ ਏਕੇ ਆਪ ਨਹੀਂ ਕਿਛ ਪਰਮ। ਇਸੇ ਕਰਕੇ ਕਹਿੰਦੇ ਨੇ ਭਗਤਾਂ ਜਿਹੜੇ ਭਗਤ ਹੁੰਦੇ ਨੇ ਰੱਬ ਦੀ ਬੰਦਗੀ ਕਰਨ ਵਾਲੇ, ਉਹਨਾਂ ਦੀ ਤੇ ਪਰਮਾਤਮਾ ਬਹੁਤ ਜਲਦੀ ਮੰਨਦਾ ਹੈ, ਬਹੁਤ ਛੇਤੀ ਸੁਣਦਾ ਹੈ, ਬਹੁਤ ਛੇਤੀ ਸੁਣਦਾ ਹੈ। ਤੇ ਇਸੇ ਕਰਕੇ ਉਹਨਾਂ ਦੀ ਅੰਦਰ ਜਰਨ ਸ਼ਕਤੀ ਵੀ ਬੜੀ ਵੱਡੀ ਹੁੰਦੀ, ਉਹ ਛੇਤੀ ਕਿਸੇ ਨੂੰ ਸਰਾਪ ਵੀ ਨਹੀਂ ਦਿੰਦੇ, ਬਹੁਤ ਕੁਛ ਜਰ ਜਾਂਦੇ ਨੇ, ਬੜਾ ਕੁਛ ਜਰ ਜਾਂਦੇ ਨੇ। ਉਹ ਲੋਕ ਮੰਦਾ ਵੀ ਬੋਲਦੇ ਨੇ ਤਾਂ ਵੀ ਜਰ ਜਾਂਦੇ ਨੇ, ਛੇਤੀ ਕਿਤੇ ਅਹੰਕਾਰ ਦੇ ਵਿੱਚ ਜਾਂ ਇੱਕਦਮ ਹਫੜਾ ਦਫੜੀ ਦੇ ਵਿੱਚ ਨਹੀਂ ਆਉਂਦੇ। ਸੋ ਆ ਸਾਡੇ ਸਾਹਮਣੇ ਗੁਰੂ ਸਾਹਿਬ ਜੀ ਦੀ ਉਦਾਹਰਨ ਹੈਗੀ ਹੈ ਨਾ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਕਿਉਂਕਿ ਉਹ 10ਵੇਂ ਪਾਤਸ਼ਾਹ ਨੇ, 10ਵੀਂ ਜੋਤ ਹੈ ਗੁਰੂ ਨਾਨਕ ਸਾਹਿਬ ਜੀ ਦੀ। ਸੋ ਇਸ ਕਰਕੇ ਉਹਨਾਂ ਨੇ ਬ੍ਰਹਮ ਦੀ ਪਛਾਣ ਕੀਤੀ ਹੈ, ਬ੍ਰਹਮ ਦੀ ਪਛਾਣ ਕੀਤੀ ਹੈ, ਜਿਸ ਕਰਕੇ ਹਰੀ ਚੰਦ ਇੱਕ ਰਾਜਾ ਹੋਇਆ ਜੀ। ਹਰੀ ਚੰਦ ਰਾਜੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਧਮਕੀ ਦਿੱਤੀ ਹੈ। ਉਹ ਧਮਕੀ ਕੀ ਦਿੱਤੀ ਹੈ? ਕਹਿੰਦੇ ਕਿ ਮੈਂ ਤੀਰ ਦਾ ਇੱਕ ਵਾਰ ਕਰਾਂਗਾ ਤੇ ਮੈਂ ਤੈਨੂੰ ਖਤਮ ਕਰ ਦੇਣਾ। ਉਹ ਧਮਕੀ ਦਿੰਦਾ ਵੀ ਕਹਿੰਦਾ ਆਪਾਂ ਫੌਜ ਨੂੰ ਨਹੀਂ ਮਰਵਾਉਣਾ, ਕਿਉਂ ਨਾ ਆਪਾਂ ਦੋਵੇਂ ਮੁਕਾਬਲਾ ਕਰ ਲਈਏ। ਹਾਂ, ਤੀਰਾਂ ਦੇ ਨਾਲ ਆਪਾਂ ਦੋਨੋਂ ਮੁਕਾਬਲਾ ਕਰਦੇ ਹਾਂ ਕਿ ਤਾਂ ਕਿ ਸਾਡੀ ਫੌਜ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਵੇ, ਦੋਵੇਂ ਆਗੂਆਂ ਦੀ ਲੜਾਈ ਹੈ। ਤੇ ਮਹਾਰਾਜ ਜੀ ਕਹਿੰਦੇ ਠੀਕ ਹੈ। ਫਿਰ ਉਸ ਭਗਤ ਨੇ ਕੀ ਆਖਿਆ, ਗੁਰੂ ਗੋਬਿੰਦ ਸਿੰਘ ਜੀ ਨੇ ਕੀ ਆਖਿਆ ਹਰੀ ਚੰਦ ਰਾਜੇ ਨੂੰ, ਕਹਿੰਦੇ ਵੀ ਧਮਕੀ ਤੂੰ ਦਿੱਤੀ ਹੈ, ਇਸ ਕਰਕੇ ਹੁਣ ਵਾਰ ਵੀ ਤੇਰਾ ਕਰਨ ਦਾ ਫਰਜ਼ ਬਣਦਾ ਹੈ। 5 ਵਾਰੀ ਵਾਰ ਕੀਤੇ ਆ, 5 ਵਾਰੀ ਤੀਰ ਚਲਾਏ ਹਰੀ ਚੰਦ ਰਾਜੇ ਨੇ। ਜਿਹੜਾ ਆਪਾਂ ਸ਼ਬਦ ਪੜ੍ਹਦੇ ਆ ਨਾ, ਜਵੇ ਬਾਣ ਲਾਗਿਓ ਤਬੇ ਰੋਸ ਜਾਗਿਓ। ਕਹਿੰਦੇ ਫਿਰ 5 ਤੀਰ ਚਲਾਏ, ਉਹਨਾਂ 5 ਤੀਰਾਂ ਦੇ ਵਿੱਚੋਂ ਕੁਝ ਵੀ ਤੀਰ ਨਹੀਂ ਲੱਗਾ। ਸਿਰਫ ਕਹਿੰਦੇ ਇੱਕ ਤੀਰ ਜਿਹੜਾ ਲੱਗਿਆ ਸੀਗਾ ਉਹ ਸਰੀਰ ਦੀ ਕਮਰ ਕੱਸਾ, ਜਿਹੜਾ ਜਿਹਨੂੰ ਆਪਾਂ ਬੈਲਟ ਕਹਿੰਦੇ ਆ, ਉਹਨੂੰ ਜੇ ਪਰਨਾ ਬੰਨ੍ਹ ਲਿਆ ਜਾਵੇ ਲੱਕ ਦੇ ਨਾਲ, ਕੋਈ ਉਹਨੂੰ ਕਮਰ ਕੱਸਾ ਕਹਿ ਦਿੰਦੇ ਨੇ, ਕੁਝ ਲੋਕ ਬੈਲਟ ਕਹਿ ਦਿੰਦੇ ਨੇ। ਗੱਲ ਵੱਖਰੀ ਹੈ, ਕਿਉਂਕਿ ਸ਼ਬਦ ਜਿਹੜੇ ਨੇ ਉਹ ਐਵੇਂ ਦੇ ਹੋ ਗਏ ਕਿ ਪਰਸਨੈਲਿਟੀ ਵੱਲ ਸ਼ਬਦ ਹੋ ਗਏ। ਲੋਕ ਕਮਰ ਕੱਸਾ ਘੱਟ ਕਹਿੰਦੇ ਨੇ, ਬੈਲਟ ਜ਼ਿਆਦਾ ਕਹਿਣ ਲੱਗ ਪਏ ਕਿ ਸਾਡਾ ਸਰੀਰ, ਸਾਡਾ ਪ੍ਰਭਾਵ ਬਣੇਗਾ ਵੀ ਅਸੀਂ ਪੜ੍ਹੇ ਲਿਖੇ ਹਾਂ। ਸੋ ਇਸ ਕਰਕੇ ਕਮਰ ਕੱਸਾ ਜਿਹੜਾ ਉਹ ਕੀਤਾ ਸੀ, ਉਹਦੇ ਵਿੱਚ ਜਦੋਂ ਤੀਰ ਲੱਗਾ, ਫਿਰ ਮਹਾਰਾਜ ਜੀ ਕਹਿੰਦੇ ਨੇ ਹੁਣ ਤੇਰੀ ਵਾਰੀ ਹੈ ਭਾਈ। ਫਿਰ ਮਹਾਰਾਜ ਨੇ ਇੱਕ ਤੀਰ ਛੱਡਿਆ, ਕਿੱਥੇ 5 ਤੇ ਕਿੱਥੇ 1। ਕੁਛ ਤਾਂ ਭਗਤ ਦੇ ਵਿੱਚ ਅਸਰ ਹੈਗਾ ਨਾ, ਜਰਨ ਸ਼ਕਤੀ ਹੈਗੀ ਹੈ ਨਾ, ਇੰਨੀ ਵੱਡੀ ਜਰਨ ਸ਼ਕਤੀ ਹੈਗੀ, ਕਿਸੇ ਨੂੰ 5 ਮੌਕੇ ਦਿੱਤੇ ਜਾਣ। ਫਿਰ ਕਹਿੰਦੇ ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ। ਫਿਰ ਇੱਕ ਤੀਰ ਦੇ ਨਾਲ ਹੀ ਉਸ ਦੀ ਸਮਾਧੀ ਜਿਹੜੀ ਸੀਗੀ ਉਹ ਲਾ ਦਿੱਤੀ ਗਈ, ਉਸ ਨੂੰ ਸਮਾਧੀ ਲੀਨ ਕਰ ਦਿੱਤਾ ਗਿਆ। ਇਸੇ ਕਰਕੇ ਕਹਿੰਦੇ ਨੇ ਭਗਤ ਬਣਨਾ ਸੌਖਾ ਨਹੀਂ ਹੈ, ਕਈ ਕੁਛ ਜਰਨਾ ਪੈਂਦਾ, ਜਰਨ ਸ਼ਕਤੀ ਵੱਡੀ ਰੱਖਣੀ ਪੈਂਦੀ ਹੈ, ਬਹੁਤ ਵੱਡੀ। ਸਾਧਕ ਸਿਦਕ ਸਬਰ ਸ਼ਹੀਦ ਭਰਮ ਭਉ ਖੋਵਣਾ, ਸਬਰ ਰੱਖਣਾ ਪੈਂਦਾ ਹੈ।
ਸਿਦਕ ਰੱਖਣਾ ਪੈਂਦਾ ਹੈ ਆਪਣੇ ਅੰਦਰ ਦੇ ਭਰਮ ਨੂੰ ਦੂਰ ਕਰਨ ਵਾਸਤੇ। ਸ਼ਹੀਦ ਬਣਨ ਵਾਸਤੇ ਸਬਰ ਸਿਦਕ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਅਸੀਂ ਸਫਲ ਹੋ ਸਕੀਏ। ਕਹਿੰਦੇ ਫਿਰ ਉਹ ਜਿਹੜਾ ਮਨ ਮੰਨਦਾ ਸੀ ਨਾ, ਉਹ ਉਹਨੂੰ ਮਨ ਨੂੰ ਬੁੱਧ ਮਿਲ ਗਈ, ਬੁੱਧੀ ਤੇ ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਪ੍ਰੇਮ ਦੇ ਸਰ ਤੋਂ ਭਾਵ ਹੁੰਦਾ ਹੈ ਤੀਰ। ਪਰਮਾਤਮਾ ਜੀ ਦੇ ਪ੍ਰੇਮ ਦੇ ਤੀਰ ਜਦੋਂ ਸਾਡੇ ਮਨ ਦੇ ਵਿੱਚ ਆਣ ਕੇ ਲੱਗੇ ਨਾ, ਕਹਿੰਦੇ ਤਦੋਂ ਫਿਰ ਸਾਡੇ ਅੰਦਰ ਦਾ ਭਰਮ ਕੱਟਿਆ ਗਿਆ। ਫਿਰ ਸਾਨੂੰ ਪਤਾ ਲੱਗ ਗਿਆ ਵੀ ਅਸੀਂ ਤਾਂ ਹੋਰ ਹੀ ਕੰਮ ਕਰਦੇ ਰਹੇ, ਕਦੀ ਚੱਪਲਾਂ ਤਿਆਗ ਦਿੱਤੀਆਂ, ਕਦੀ ਤਨ ਦੇ ਕੱਪੜੇ ਤਿਆਗ ਦਿੱਤੇ, ਕਦੀ ਰੋਟੀ ਛੱਡ ਕੇ ਬਹਿ ਗਏ, ਕਦੀ ਅਸੀਂ ਠੰਡੇ ਪਾਣੀ ਨਾਲ ਇਸ਼ਨਾਨ ਕਰਨ ਲੱਗ ਪਏ, ਪਰ ਕੰਮ ਤਾਂ ਹੋਰ ਸੀਗਾ। ਚੱਪਲਾਂ ਤਿਆਗਣ ਦੀ ਲੋੜ ਹੀ ਨਹੀਂ ਸੀਗੀ, ਕੱਪੜੇ ਛੱਡਣ ਦੀ ਲੋੜ ਹੀ ਨਹੀਂ, ਰੋਟੀ ਛੱਡਣ ਦੀ ਲੋੜ ਹੀ ਨਹੀਂ ਸੀਗੀ। ਇੱਥੇ ਤੱਕ ਕੇਵਲ ਧਿਆਨ ਜੋੜਨ ਦੀ ਲੋੜ ਸੀਗੀ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਪਰਮਾਤਮਾ ਨੂੰ ਲੱਭ ਲਿਆ, ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਸੋ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਸਾਰੇ ਜੀਵਾਂ ਦੇ ਉੱਪਰ, ਸਾਨੂੰ ਵੀ ਬਾਣੀ ਪੜ੍ਹਨ ਸੁਣਨ ਤੇ ਵਿਚਾਰਨ ਦੀ ਬਲ ਮਤ ਉਦਮ ਬਖਸ਼ਿਸ਼ ਕਰਨ, ਅਰਦਾਸ ਕਰਨੀ ਚਾਹੀਦੀ ਹੈ ਸਾਨੂੰ। ਮਹਾਰਾਜ ਜੀ ਕਿਰਪਾ ਕਰੋ ਤਾਂ ਕਿ ਅਸੀਂ ਕਿਸੇ ਵੀ ਪ੍ਰਕਾਰ ਦਾ ਪਖੰਡ ਨਾ ਕਰਕੇ ਤੇਰੇ ਨਾਮ ਨੂੰ ਜਪ ਸਕੀਏ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰਨੀਆਂ ਜੀ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ।